सतनाम। धन वाखे गुरु साहिब जियो। हम मैले तुम उजल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। माधव हम ऐसे तू ऐसा, हम पापी तुम पाप खंडन। नीको ठाकुर देसा, दंडोत बंदन अनेक बार। सर्व कला समरथ, डोलन ते राखो प्रभु। नानक दे कर हथ। परम सन्मान योग सतगुरां दे पावन पवित्र इतिहासक अस्थान गुरुद्वारा पिपली साहिब जी विखे सतगुरु साहिब श्री गुरु ग्रंथ साहिब जी दी पावन पवित्र हजूरी अंदर गुरु नानक साहिब महाराज जी दे 550वें आगमन गुरपुरब नूं समर्पित जो विशेष दीवान प्रबंधक वीरां वल्लों उलीके गए ने, दास खास करके भाई गुरप्रीत सिंह जी गुरुद्वारा फ्री माउंट सान फ्रांसिस्को मुख ग्रंथी साहिब और इथों दे प्रबंधक वीर दास नूं इस वरे श्री हरमंदर साहिब गुरु रामदास जी दे पुरब ते मिले सन और भाई गुरप्रीत सिंह जी ने विशेष करके अंदर दी खिच रख के 2-4 बार संदेश भेजिया और सन्मान योग पाली वीर जी भाई नरिंदरपाल सिंह जी उन्होंने अज रात्रि का प्रोग्राम दास का ਅੰਮ੍ਰਿਤਸਰੀ है, उन्हां प्रबंधक वीरां तो भी टाइम लैके आप संगत दे दर्शन हजूर करा रहे ने। सन्मानयोग डॉक्टर रूप सिंह जी और बीबी किरणजोत कौर जी
ਆਪ ਜੀ ਨੂੰ ਮਾਂ ਬੋਲੀ ਦੇ ਸੰਬੰਧ ਵਿੱਚ ਵਿਚਾਰ ਸਰਵਣ ਕਰਾ ਰਹੇ ਸਨ। ਆਓ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਵਿੱਚੋਂ ਆਪ ਜੀ ਦੇ ਸਨਮੁਖ ਕੁਝ ਬੇਨਤੀਆਂ ਕਰ ਸਕਾਂ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਕਰੋ ਕਿਰਪਾ, ਇਕਾਗਰਤਾ ਦੀ ਦਾਤ ਬਖਸ਼ਿਓ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਪਿਆਰ ਅਦਬ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੋਹਣਾ ਉਪਰਾਲਾ ਹੈ ਕਿ ਗੁਰਦੁਆਰਾ ਸਾਹਿਬ ਜੀ ਵਿਖੇ ਆਪਣੀ ਮਾਂ ਬੋਲੀ ਦਾ ਪ੍ਰਚਾਰ ਕੀਤਾ ਜਾਏ। ਹਾਲਾਂ ਦਾਸ ਨੇ ਵਿਸ਼ਾ ਗੁਰਬਾਣੀ ਵਿੱਚੋਂ ਅਰਜ਼ ਕਰਨਾ ਹੈ, ਪਰ ਜਿੰਨੀ ਕੁ ਸਮਝ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਦਾਸ ਸੁਣ ਰਿਹਾ ਸੀ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਮੈਂ ਸਬਜੈਕਟ ਇਹ ਨਹੀਂ ਰੱਖਾਂਗਾ। ਉਸ ਤੋਂ ਇਲਾਵਾ ਡਾਕਟਰ ਰੂਪ ਸਿੰਘ ਜੀ ਕਹਿ ਵੀ ਰਹੇ ਸਨ ਕਿ ਮੀਆਂ ਸ਼ਬਦ ਪਿਤਾ ਜੀ ਲਈ ਵੀ ਵਰਤਿਆ ਜਾਂਦਾ ਸੀ। ਸੱਚ ਇਹ ਵੇ ਕਿ ਜਦੋਂ ਕੋਈ ਜ਼ੋਰ ਵਾਲਾ, ਤਾਕਤ ਵਾਲਾ ਆਉਂਦਾ ਹੈ, ਉਹ ਆਪਣੇ ਜ਼ੋਰ ਤੇ ਤਾਕਤ ਨਾਲ ਆਪਣੀ ਬੋਲੀ ਨੂੰ ਪ੍ਰਚਲਿਤ ਕਰਾ ਜਾਂਦਾ ਹੈ। ਜਿਵੇਂ ਜੇ ਗੁਰਦੇਵ ਨੇ ਉਸ ਵਕਤ ਬੋਲੀ ਕਿਸੇ ਨੂੰ ਹੇਠ ਨਹੀਂ ਕੀਤੀ, ਮਹਾਰਾਜ ਨੇ ਇਹ ਗੱਲ ਜੇਨ ਚ ਰੱਖ ਕੇ ਤੁਰਿਓ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਸੇ ਭਾਸ਼ਾ ਨੂੰ ਬਿਲਕੁਲ ਵੀ ਨਫ਼ਰਤ ਨਹੀਂ ਕੀਤੀ, ਪਰ ਇੱਕ ਗੱਲ ਤੇ ਜ਼ੋਰ ਦਿੱਤਾ ਹੈ ਕਿ ਆਪਣੀ ਮਾਂ ਬੋਲੀ ਨੂੰ, ਆਪਣੇ ਕਲਚਰ ਨੂੰ, ਚਲੋ ਸ਼ਬਦ ਵਰਤਾਂ, ਮਨੁੱਖ ਆਪਣੀ ਜ਼ਿੰਦਗੀ ਵਿੱਚ ਕਦੀ ਭੁੱਲੇ ਨਾ। ਜਿਹੜੀ ਤੁਕ ਭਾਈ ਸਾਹਿਬ ਸੁਣਾ ਰਹੇ ਸਨ, ਘਰ ਘਰ ਮੀਆਂ, ਇੱਕ ਬਾਣੀ ਚ ਤੁਕ ਹੋਰ ਹੁੰਦੀ ਹੈ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ। ਉਹ ਬੋਲੀ ਬੋਲਦੇ ਪਏ ਆ ਜਿਹੜੀ ਹਕੂਮਤ ਬੋਲੀ ਬੋਲਦੀ ਹੈ। ਇੱਕ ਇਸ ਨੂੰ ਥੋੜੀ ਜਿਹੀ ਧਿਆਨ ਨਾਲ ਇਸ ਬੇਨਤੀ ਨੂੰ ਸੁਣਿਓ। ਗੁਰੂ ਗ੍ਰੰਥ ਸਾਹਿਬ ਦੀ ਲਿਪੀ ਸਿਰਫ ਇੱਕੋ ਹੈ, ਸਕ੍ਰਿਪਟ ਇੱਕੋ ਹੀ ਹੈ। ਚਲੋ ਮੈਂ ਸ਼ਬਦ ਵਰਤਾ, ਲਿਪੀ ਇੱਕੋ ਹੀ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ। ਫਿਰ ਅਰਜ਼ ਹੈ, ਲਿਪੀ ਇੱਕ ਹੈ ਪਰ ਭਾਸ਼ਾਵਾਂ ਅਨੇਕਾਂ ਨੇ। ਇੱਥੋਂ ਤੱਕ ਕਿ ਜਦੋਂ ਅਸੀਂ ਪਾਠ ਕਰਨੇ ਆ, ਹੁਕਮ ਰਜਾਈ ਚੱਲਣਾ, ਹੁਕਮ ਲਫ਼ਜ਼ ਦਾ ਸੰਸਕ੍ਰਿਤ ਦਾ ਹੈ ਹੀ ਨਹੀਂ, ਹੁਕਮ ਲਫ਼ਜ਼ ਸਤਿਗੁਰਾਂ ਨੇ ਅਰਬੀ ਦੇ ਵਿੱਚੋਂ ਲਿਆ ਹੈ। ਮੈਂ ਥੋੜੀਆਂ ਜੀਆਂ ਬੇਨਤੀਆਂ, ਮੈਂ ਕਿਉਂਕਿ ਮੈਂ ਨਾ ਤਾਂ ਡਾਕਟਰ ਹਾਂ, ਨਾ ਮੈਂ ਇੰਨਾ ਪੜ੍ਹਿਆ ਵਾਂ, ਮੈਨੂੰ ਤੇ ਸਿਰਫ ਬਾਣੀ ਆਉਂਦੀ, ਪਰ ਜਿੰਨੀ ਕੁ ਸਮਝ ਦਾਤੇ ਦਿੱਤੀ। ਹੁਣ ਅਰਬੀ ਦਾ ਸ਼ਬਦ ਹੁਕਮ ਹੈ। ਉਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ। ਇਸ ਵਿੱਚ ਅਰਬੀ ਸ਼ਬਦ ਦੇ ਵਰਤੇ, ਫਾਰਸੀ ਦੇ ਸ਼ਬਦ ਵਰਤੇ, ਇਸ ਵਿੱਚ ਬ੍ਰਿਜ ਭਾਸ਼ਾ ਵਰਤੀ ਗਈ, ਇਸ ਵਿੱਚ ਸੰਸਕ੍ਰਿਤ ਵਰਤੀ ਗਈ, ਇਸ ਵਿੱਚ ਸੰਸਕ੍ਰਿਤੀ ਵਰਤੀ ਗਈ। ਇਹਦੇ ਵਿੱਚ ਇੱਥੋਂ ਤੱਕ ਕਿ ਮਾਰਵਾੜ ਦੀ ਸ਼ਬਦਾਵਲੀ ਜਿਹੜੀ ਹੈ ਉਹਦੀ ਵਰਤੋਂ ਕੀਤੀ ਗਈ। ਤੇ ਜਿਹੜੀ ਪੰਜਾਬੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਪੰਜਾਬੀ ਪੋਠੋਹਾਰੀ ਵਰਤੀ ਗਈ ਹੈ, ਜਿਹਨੂੰ ਆਪਾਂ ਲਹਿੰਦੀ ਕਹਿੰਦੇ ਹਾਂ। ਜਿਵੇਂ ਆਪ ਪਾਠ ਕਰਦੇ ਹੋ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ। ਹੋਸੀ ਸ਼ਬਦ ਲਹਿੰਦੀ ਦਾ ਹੈ ਪੀ ਹੋਸੀ, ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਇਹ ਸ਼ਬਦ ਵਰਤੇ ਗਏ। ਮੈਂ ਆਪ ਨੂੰ ਕਿਉਂਕਿ ਜ਼ਿਆਦਾ ਇਸ ਪਾਸੇ ਨਹੀਂ ਤੁਰਨਾ, ਮੈਂ ਗੁਰਬਾਣੀ ਦੇ ਸ਼ਬਦ ਦੀ ਗੱਲ ਕਰਨੀ ਹੈ। ਇੱਕ ਮੈਂ ਬੇਨਤੀ ਹੋਰ ਆਪ ਨੂੰ ਕਰਾਂ, ਗੁਰਮੁਖੀ ਲਿਪੀ ਤੋਂ ਬਿਨਾਂ, ਜਿਵੇਂ ਹੁਣ ਮੈਂ ਸੁਣ ਰਿਹਾ ਸਾਂ,
ਤੁਸੀਂ ਅੰਗਰੇਜ਼ੀ ਵਰਤ ਲਓ, ਤੁਸੀਂ ਦੇਵਨਾਗਰੀ ਵਰਤ ਲਓ, ਤੁਸੀਂ ਸ਼ਾਹਮੁਖੀ ਵਰਤ ਲਓ, ਸਪੈਨਿਸ਼ ਵਰਤ ਲਓ, ਤੁਸੀਂ ਫਾਰਸੀ, ਉਰਦੂ ਤੇ ਫਾਰਸੀ ਦੇ ਹਰੂਫ ਤਕਰੀਬਨ ਮਿਲਦੇ ਆ, ਲਿਪੀ ਇੱਕੋ ਹੀ, ਅੱਖਰ ਇੱਕੋ ਹੀ ਨੇ। ਪਰ ਮੈਂ ਬੇਨਤੀ ਕਰਾਂਗਾ, ਜਿੰਨੀ ਦੇਰ ਤੱਕ ਅਸੀਂ ਪੰਜਾਬੀ ਨਹੀਂ ਸਿੱਖਦੇ ਤੇ ਗੁਰਮੁਖੀ ਦੇ ਜਾਣਕਾਰ ਨਹੀਂ ਹੁੰਦੇ, ਓਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਹੋ ਹੀ ਨਹੀਂ ਸਕਣਾ। ਇਸ ਨੂੰ ਥੋੜਾ ਜਿਹਾ ਸੁਣਿਓ। ਭਾਈ ਸਾਹਿਬ ਜ਼ਿਕਰ ਕਰਕੇ ਗਏ ਪੱਟੀ ਦਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ 2 ਪੱਟੀਆਂ ਨੇ। ਭਾਈ ਡਾਕਟਰ ਰੂਪ ਸਿੰਘ ਕਹਿ ਰਹੇ ਸਨ, ਇੱਕ ਪੱਟੀ ਹੈ ਗੁਰੂ ਨਾਨਕ ਸਾਹਿਬ ਦੀ ਲਿਖੀ, ਇੱਕ ਪੱਟੀ ਹੈ ਗੁਰੂ ਅਮਰਦਾਸ ਦੀ ਉਚਾਰਨ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ 52 ਅੱਖਰੀ ਵੀ ਹੈ। ਮੈਂ ਤਾਂ ਕਿਹਾ ਵੀ ਹੇਠ ਨਾ ਕਿਸੇ ਨੂੰ ਕਰਿਓ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਲਿਪੀ ਹੈ, ਜਿਹੜਾ ਸਕ੍ਰਿਪਟ ਸਤਿਗੁਰਾਂ ਨੇ ਦਿੱਤਾ, ਇਹ ਬਹੁਤ ਹੀ ਵਿਲੱਖਣ ਹੈ। ਇਹਦੀ ਧੁਨੀ, ਇਹਨੂੰ ਉਚਾਰਨ ਕਰਨਾ, ਇਹ ਬਹੁਤ ਹੀ ਸੁਗੜਤਾ ਨਾਲ ਅਸੀਂ ਇਹਨੂੰ ਸਮਝਾਂਗੇ ਤੇ ਤਾਂ ਇਹਦੀ ਸਮਝ ਪਏਗੀ। ਮੈਂ ਅਰਜ਼ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੁਣ ਇੱਕ ਸਰਲੇਖ ਪੱਟੀ ਲਿਖੀ, ਇਹ ਦੋਨੋਂ ਪਾਠ ਇਕੱਠੀਆਂ ਹੁੰਦੀਆਂ ਨੇ। ਇਹ ਨਹੀਂ ਕਹਿੰਦੇ, ਬਾਪੂ ਜੀ ਨਹੀਂ ਕਹਿੰਦੇ, ਇਹ ਸ਼ਬਦ ਨਹੀਂ ਵਰਤਦੇ। ਹੁਣ ਚਲੋ ਮੀਆਂ ਤੇ ਨਹੀਂ ਕਹਿੰਦੇ, ਆਪਣੇ ਨਿਆਣਿਆਂ ਨੂੰ ਪੁੱਛ ਕੇ ਵਿੱਚੋਂ ਡੈਡ ਕੀ ਹੁੰਦਾ ਹੈ, ਡੈਡ। ਮੇਰੀ ਬੇਨਤੀ, ਇਹ ਵੀ ਸ਼ਬਦ ਤਾਂ ਆਪਾਂ ਜਿਹੜੇ ਵੇਖਣੇ ਪਏ ਖਾਂ, ਇਹ ਵੀ ਸ਼ਬਦ ਤਾਂ ਇਹ ਸਾਨੂੰ ਉਸ ਗੁਲਾਮੀ ਵੀ ਦਾ ਹੀ ਅਹਿਸਾਸ ਪੈ ਕਰਾਉਂਦੇ ਨੇ। ਪ੍ਰੋਫੈਸਰ ਸਾਹਿਬ, ਪ੍ਰਿੰਸੀਪਲ ਸਾਹਿਬ ਆ ਗਏ ਆ। ਅੱਜ ਮੇਰੇ ਮਨ ਚ ਇੱਕ ਆਇਆ, ਕੱਲ ਵੀ ਸ਼ਾਇਦ ਕਿਤੇ ਗੱਲ ਚੱਲ ਰਹੀ ਸੀ ਗੁਰਮੁਖੀ ਦੀ ਚੱਲੀ। ਜਦੋਂ ਅਸੀਂ ਜਿੰਨੀ ਕੁ ਸਮਝ ਮੈਨੂੰ, ਅਸੀਂ ਜਿਹੜੇ ਵਰਗ ਪੜ੍ਹਨੇ, ਸ਼ਾਇਦ ਉਦੋਂ ਕਾਲਜ ਸਕੂਲ ਵੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ, ਕਵਰਗ, ਚਵਰਗ, ਟਵਰਗ, ਤਵਰਗ ਤੇ ਪਵਰਗ, ਇਹ 5 ਵਰਗ ਨੇ ਨਾ। ਗੁਰਬਾਣੀ ਨੂੰ ਜਿਹੜਾ ਗਹਿਰਾ ਵਿਸ਼ਾ ਹੈ, ਜਿੰਨੀ ਮਰਜ਼ੀ ਤੇ ਗ੍ਰਾਮਰ ਲਿਖੀ ਗਈ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ, ਜਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਡਾਕਟਰ ਟਰੰਪ ਨੇ ਪਹਿਲਾਂ ਵਿਆਕਰਨ ਦੀ ਗੱਲ ਕੀਤੀ। ਇਹ ਗੱਲ ਵੱਖਰੀ, ਉਹ ਬੰਦਾ ਕਿਸ ਢੰਗ ਨਾਲ ਚੱਲਦਾ ਰਿਹਾ, ਉਹਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਗ੍ਰਾਮਰ ਦੀ ਉਹਨੇ ਗੱਲ ਕੀਤੀ। ਪ੍ਰਿੰਸੀਪਲ ਤੇਜਾ ਸਿੰਘ ਉਹਨਾਂ ਨੇ ਕੀਤੀ, ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਕੀਤੀ। ਉਸ ਤੋਂ ਬਾਅਦ ਅਸੀਂ ਭਾਈ ਜੋਗਿੰਦਰ ਸਿੰਘ ਤਲਵਾੜਾ, ਅਨੇਕਾਂ ਵਿਦਵਾਨਾਂ ਨੇ ਫਿਰ ਇਸ ਗੱਲ ਨੂੰ ਕੀਤਾ। ਤੇ ਮੈਂ ਇੱਕ ਬੇਨਤੀ ਜਿਹੜੀ ਆਪ ਨੂੰ ਕਰਨੀ ਚਾਹਨਾ, ਦੇਖੋ ਜਦੋਂ ਅਸੀਂ ਪੜ੍ਹਦੇ ਹਾਂ ਇੱਕ ਵਰਗ, ਉਹਦਾ ਹਰ ਵਰਗ ਜਿਹੜਾ ਗੁਰਮੁਖੀ ਦਾ, ਹਾਂ ਜਿੱਥੇ ਮੈਨੂੰ ਲੋੜ ਹੀ ਜ਼ਰੂਰ ਮੈਂ ਸ਼ੁਧਾਈ ਕਰਾਂਗਾ, ਪ੍ਰੋਫੈਸਰ ਸਾਹਿਬ ਬੈਠੇ ਆ, ਹਰ ਵਰਗ 'ਚ ਚੌਥਾ ਅੱਖਰ ਤਾਂ ਉਚਾਰਨ ਹੋਵੇਗਾ ਜੇ ਪਹਿਲੇ ਤੇ ਤੀਜੇ ਦੀ ਧੁਨੀ ਨੂੰ ਇਕੱਠਿਆਂ ਕਰਾਂਗੇ, ਨਹੀਂ ਤੇ ਚੌਥਾ ਅੱਖਰ ਨਹੀਂ ਬੋਲਿਆ ਜਾਣਾ। ਹੁਣ ਜਿਵੇਂ ਭਾਈ ਸਾਹਿਬ ਡਾਕਟਰ ਸਾਹਿਬ ਕਹਿ ਰਹੇ ਸਨ, ਰਾੜੇ ਦੀ ਮਾਤਰਾ, ਰਾੜਾ ਮਾਤਰਾ ਨਹੀਂ ਹੈਗਾ, ਰਾੜਾ ਅੱਖਰ ਹੈ, ਮਾਤਰਾ ਨਹੀਂ ਹੈਗੀ ਰਾੜਾ। ਮੈਂ ਕੱਟ ਨਹੀਂ ਰਿਹਾ ਗੱਲ ਨੂੰ, ਰਾੜਾ ਤਾਂ ਅੱਖਰ ਹੈ 35 ਚ, ਮਾਤਰਾ ਹੋਰ ਨੇ, ਅੱਖਰ ਹੋਰ ਹੈ। ਹੁਣ ਇੱਥੇ ਜਿਹੜਾ ਸ਼ਬਦ ਹੈ ਕੱਕਾ, ਖੱਖਾ, ਗੱਗਾ, ਕੱਕਾ ਪਹਿਲਾ, ਗੱਗਾ ਤੀਜਾ, ਇਸ ਤਰ੍ਹਾਂ ਜੀ। ਚੌਥਾ ਕੀ ਹੈ? ਘੱਗਾ। ਘੱਗਾ ਤਾਂ ਬਣੇਗਾ ਜੇ ਕੱਕੇ ਤੇ ਗੱਗੇ ਦੀ ਸਾਊਂਡ ਮਿਲੇਗੀ ਤਾਂ, ਨਹੀਂ ਤਾਂ ਘੱਗਾ ਬਣਦਾ ਹੀ ਨਹੀਂ। ਇਹ 5 ਵਰਗਾਂ ਦੇ ਵਿੱਚ ਫਿਰ ਇੱਥੇ ਸਾਨੂੰ ਹੋਰ ਦੇਖਣਾ ਪੈਣਾ ਹੈ ਕਿਸ ਥਾਂ ਤੇ ਕਿਹੜੇ ਅੱਖਰ ਦੀ ਧੁਨੀ ਘੱਟ ਬੋਲਣੀ ਹੈ, ਕਿਹਦੀ ਜ਼ਿਆਦਾ ਬੋਲਣੀ ਹੈ। ਹੁਣ ਕੱਕਾ, ਖੱਖਾ, ਗੱਗਾ ਤੇ ਚੌਥਾ ਅੱਖਰ ਘੱਗਾ। ਜੇ ਘੱਗੇ ਨੂੰ ਆਪਾਂ ਥੋੜਾ ਜਿਹਾ ਲਮਕਾ ਕੇ ਬੋਲਾਂਗੇ ਤੇ ਸਾਊਂਡ ਕੱਕੇ ਤੇ ਗੱਗੇ ਦੀ ਮਿਲੇਗੀ ਤੇ ਘੱਗਾ ਬਣੇਗਾ। ਪਹਿਲਾਂ ਕੱਕਾ ਬੋਲਿਆ ਜਾਏਗਾ, ਅੱਗਾ ਹੈ ਚੱਚਾ, ਛੱਛਾ, ਜੱਜਾ। ਪਹਿਲਾ ਚੱਚਾ ਤੇ ਤੀਜਾ ਜੱਜਾ ਤੇ ਚੌਥਾ ਹੈ ਝੱਜਾ। ਝੱਜਾ ਤਾਂ ਬਣੇਗਾ ਜੇ ਚੱਚਾ ਤੇ ਜੱਜੇ ਦੀ ਧੁਨੀ ਇਕੱਠੀ ਹੋਵੇਗੀ। ਚਲੋ ਅਸੀਂ ਹੁਣ ਸਾਰੇ ਗੁਰਬਾਣੀ ਚ ਪੜ੍ਹਾਉਣ ਵਾਲੇ ਸਾਰੇ ਟੈਂਕੇ ਹੀ ਬੋਲਦੇ ਆ, ਬਾਣੀ ਚ ਟੈਂਕਾ ਨਹੀਂ ਆਇਆ, ਪਾਠ ਕਰਨ ਵਾਲਿਆਂ ਨੂੰ ਪਤਾ ਹੈ। ਚਲੋ ਫਿਰ ਵੀ ਮੈਂ ਸ਼ਬਦ ਵਰਤਣਾ, ਟੈਂਕਾ, ਠੱਠਾ, ਡੱਡਾ ਤੇ ਚੌਥਾ ਅੱਖਰ ਢੱਡਾ। ਢੱਡਾ ਤਾਂ ਬਣੇਗਾ ਜੇ ਟੈਂਕੇ ਤੇ ਡੱਡੇ ਦੀ ਸਾਊਂਡ ਮਿਲੇਗੀ ਤਾਂ। ਤੱਤਾ, ਥੱਥਾ, ਦੱਦਾ, ਧੱਦਾ। ਧੱਦਾ ਤਾਂ ਬਣੇਗਾ ਜੇ ਤੱਤਾ ਤੇ ਦੱਦਾ ਮਿਲੇਗਾ। 5ਵਾਂ ਵਰਗ ਹੈ ਪੱਪਾ, ਫੱਫਾ, ਬੱਬਾ। ਪੱਪਾ ਪਹਿਲਾ, ਬੱਬਾ ਤੀਸਰਾ ਤੇ ਚੌਥਾ ਤਾਂ ਬਣੇਗਾ ਭੱਬਾ ਜੇ ਪੱਪਾ ਤੇ ਬੱਬਾ ਸਾਊਂਡ ਇਕੱਠੀ ਹੁੰਦੀ ਹੈ। ਇਹਨਾਂ 5 ਵਰਗਾਂ ਵਿੱਚ ਹਰ ਚੌਥਾ ਅੱਖਰ ਤਾਂ ਬੋਲਿਆ ਜਾਂਦਾ ਹੈ ਜੇ ਪਹਿਲਾ ਤੇ ਤੀਜਾ
ਇਕੱਠੇ ਹੁੰਦੇ ਨੇ। ਇੱਕ ਹੋਰ ਬੇਨਤੀ, ਹੁਣ ਸਾਡੀ ਪ੍ਰੋਬਲਮ ਇਹ ਵੇ, ਜਦੋਂ ਵੀ ਪਾਠ ਕਰਨੇ ਆ ਕਈ ਥਾਵਾਂ ਮਿਲਦਾ ਹੁਣ ਸ਼ਬਦ ਦੇ ਢਾਡੀ ਹੈ ਨਾ, ਤੇ ਡੱਡਾ ਤੇ ਲੱਗਾ ਹੀ ਕੋਈ ਨਹੀਂ, ਫਿਰ ਢਾਡੀ ਕਿਉਂ ਬੋਲੀ ਜਾਂਦੇ? ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਯਾਦ ਰੱਖਿਓ, ਢੱਡੇ ਨੂੰ ਕੰਨਾ ਤੇ ਢੱਡੇ ਨੂੰ ਬਿਆਰੀ ਗਏ, ਤੇ ਬੋਲਦੇ ਸਾਰੇ ਢਾਡੀਆਂ। ਇਹ ਕਿਉਂ ਬੋਲਿਆ ਜਾਂਦਾ? ਡੱਡੇ ਨੂੰ ਬਿਹਾਰੀ ਤਾਂ ਲੱਗੀ ਨਹੀਂ, ਢੱਡੇ ਨੂੰ ਕੰਨਾ ਢੱਡੇ ਨੂੰ ਬਿਹਾਰੀ ਹੈ। ਹਾਂ, ਇਹ ਤੇ ਇਸ ਚੌਥੇ ਅੱਖਰ ਦੀ ਖੂਬਸੂਰਤੀ ਇਹ ਵੇ, ਜਿੱਥੇ ਵੀ ਇਹ ਚੌਥਾ ਅੱਖਰ ਘੱਗਾ ਕਹਿ ਲੋ, ਝੱਜਾ ਕਹਿ ਲੋ, ਢੱਡਾ ਕਹਿ ਲੋ, ਇਹ ਧੱਦਾ ਕਹਿ ਲੋ, ਮੈਂ ਭੱਬਾ ਸ਼ਬਦ ਵਰਤਾਂ, ਜਿੱਥੇ ਵੀ ਲਿਖਦਿਆਂ ਹੋਇਆਂ ਇਹ ਅੱਖਰ ਪਹਿਲਾਂ ਆਵੇਗਾ ਕਿਸੇ ਸ਼ਬਦ ਵਿੱਚ, ਤੇ ਉਦੋਂ ਇਹ ਪੂਰੀ ਉਹੀ ਧੁਨੀ ਰੱਖੇਗਾ ਜਿਹੜੀ ਇਹਦੀ ਬੰਤਰ ਹੈ। ਜਦੋਂ ਇਹ ਅੱਖਰ ਉਸੇ ਸ਼ਬਦ ਵਿੱਚ ਪਿੱਛੇ ਲੱਗ ਜਾਏਗਾ, ਫਿਰ ਇੱਕ ਧੁਨੀ ਸਾਨੂੰ ਥੱਲੇ ਲਾਣੀ ਪਏਗੀ, ਇੱਕ ਉੱਚੀ ਰੱਖਣੀ ਪਏਗੀ। ਜਿਵੇਂ ਢਾਡੀ, ਪਹਿਲਾ ਢੱਡਾ ਜਿਹੜਾ ਉਹੀ ਬੋਲਿਆ ਜਾਏਗਾ ਜਿਹੜਾ ਟੈਂਕਾ ਤੇ ਡੱਡਾ ਹੈ। ਜਿਹੜਾ ਦੂਜਾ ਢੱਡਾ ਲੱਗ ਗਿਆ, ਉੱਥੇ ਟੈਂਕੇ ਦੀ ਆਵਾਜ਼ ਜਿਹੜੀ ਧੁਨੀ ਹੈ ਉਹ ਥੋੜੀ ਮੱਧਮ ਪੈ ਜਾਏਗੀ ਤੇ ਡੱਡੇ ਦੀ ਧੁਨੀ ਜ਼ਿਆਦਾ ਹੋ ਜਾਏਗੀ। ਤਾਂ ਫਿਰ ਇਹਨੂੰ ਕਹਿੰਦੇ ਢਾਡੀ। ਇਹ ਤਾਂ ਸਮਝ ਪਏਗੀ ਜੇ ਅਸੀਂ ਬੋਲੀ ਸਮਝਾਂਗੇ ਤਾਂ। ਹੁਣ ਇਸੇ ਤਰ੍ਹਾਂ ਕਈ ਸੱਜਣ ਪਾਠ ਕਰਦੇ, ਸਾਚਾ ਨਾਮ ਮੇਰਾ ਆਧਾਰੋ। ਹੁਣ ਅਗਲਾ ਬੰਦਾ ਪੁੱਛੇ ਵੀ ਐੜਾ ਗੇਤਰ ਲੱਗਾ, ਧੱਦਾ ਬਾਅਦ ਚ ਲੱਗਾ, ਉਹ ਤੱਤੇ ਨੂੰ ਜ਼ਿਆਦਾ ਚੁੱਕੀ ਜਾ ਰਿਹਾ, ਦੱਦੇ ਦੀ ਗੱਲ ਨਹੀਂ ਕਰ ਰਿਹਾ। ਖੈਰ ਮੇਰਾ ਇਹ ਵਿਸ਼ਾ ਨਹੀਂ ਸੀ, ਤੁਸਾਂ ਥੋੜੀ ਜੀ ਗੱਲ ਚਿੰਗਾਰੀ ਜੀ ਲੱਗੀ ਸੀ ਤੇ ਮੇਰੇ ਅੰਦਰ ਵੀ ਉਹ ਪੈਟਰੋਲ ਪਿਆ ਸੀ, ਮੈਂ ਵੀ ਤੂੰ ਹੀ ਫੂਕ ਲੈ, ਸਿੱਧੀ ਜਟਕੀ ਗੱਲ। ਹੁਣ ਕਈ ਸ਼ਬਦ ਐਸੇ ਨੇ ਜਿਹੜੇ ਮੈਂ ਹੈਰਾਨ ਹੁੰਨਾ। ਗੋਗੋਨੀ ਸਾਹਿਬ ਬੈਠੇ ਆ, ਇੱਕ ਸ਼ਬਦ ਹੈ ਇਹ, ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਐ। ਇਹ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਸ਼ਬਦ ਆਇਆ, ਓਮੀ ਤੇ ਓਮੀਆਂ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ, ਚਲੋ ਘੱਟੋ ਘੱਟ ਤੁਸੀਂ ਗੁਰਮੁਖੋ ਪ੍ਰਬੰਧਕੋ ਸੱਚੀ ਵਧਾਈ ਦੇ ਪਾਤਰ ਹੋ। ਅੱਜ ਜੋ ਮਰਜੀ ਕੋਈ ਮੈਗ ਤੇ ਸੁਣਾ ਜਾ, ਆਪੋ ਆਪਣੀਆਂ ਜਥੇਬੰਦੀਆਂ ਨੇ ਆਪੋ ਆਪਣੇ ਜਕਾਰੇ ਨੇ। ਜਿਸ ਦਿਨ ਤੁਸੀਂ ਅੱਖਰਾਂ ਦੀ ਡੂੰਘਾਈ ਵੀ ਜਾਓਗੇ ਨਾ, ਫਿਰ ਕਥਾ ਸੁਣਨ ਦਾ ਸਵਾਦ ਆ ਜਾਊਗਾ, ਤੇ ਕਰਨ ਵਾਲੇ ਨੂੰ ਵੀ ਸਵਾਦ ਆਵੇਗਾ ਵੀ ਕੋਈ ਬੰਦਾ ਅੱਗੇ ਸੁਣਨ ਵਾਸਤੇ ਬੈਠਾ ਹੈ। ਕਿਉਂਕਿ ਅਧਿਕਾਰੀਆਂ ਤੋਂ ਬਿਨਾ ਗਿਆਨ ਅੱਗੇ ਨਹੀਂ ਚੱਲਦਾ ਹੁੰਦਾ। ਇਹ ਸ਼ਬਦ ਜਦੋਂ ਆਇਆ ਓਮੀ, ਤਾਂ ਓਮੀ ਸਾਧ ਨਾ ਮਾਰੀਏ, ਪੜਿਆ ਅਤੇ ਓਮੀਆਂ, ਪੂਰੇ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਕਿਤੇ ਨਹੀਂ ਹੋਰ ਆਇਆ। ਆਮ ਬੰਦਾ ਜਿਹੜਾ ਭਾਸ਼ਾ ਦਾ ਜਾਣਕਾਰ ਨਹੀਂ, ਉਹ ਜਦੋਂ ਓਮੀ ਸ਼ਬਦ ਪੜੇਗਾ ਮਨ ਚ ਆਵੇਗਾ ਕਿਤੇ ਓਮ ਤੋਂ ਨਹੀਂ ਬਣਿਆ, ਓਮੀ ਹੈ। ਪਰ ਜਿੰਨੇ ਵਿਦਵਾਨ ਨੇ ਸਾਰਿਆਂ ਨੇ ਅਰਥ ਕੀਤੇ, ਓਮੀ ਦਾ ਅਰਥ ਅਨਪੜ੍ਹ, ਓਮੀ ਦਾ ਅਰਥ ਜ਼ਾਹਿਲ, ਓਮੀ ਦਾ ਅਰਥ ਜਿਹਨੂੰ ਸਮਝ ਕੋਈ ਨਹੀਂ। ਪਰ ਭਾਈ ਸਾਹਿਬ ਮੇਰੇ ਮਨ ਚ ਵਾਰ-ਵਾਰ ਇਹ ਗੱਲ ਖਟਕੇ ਵੀ ਇਹ ਸ਼ਬਦ ਆਇਆ ਕਿੱਥੋਂ, ਇਹ ਕਿੱਥੋਂ ਬਣਿਆ ਸ਼ਬਦ, ਇਹਦੀ ਰੂਟ ਕੀ ਹੈ, ਇਹ ਕਿਉਂ ਅਰਥ ਓਮੀ ਹੋ ਗਿਆ, ਅਨਪੜ੍ਹ। ਜਿੰਨੇ ਸਾਡੇ ਪੰਜਾਬੀ ਦੇ ਵਿਦਵਾਨ ਸੱਜਣ ਨੇ, ਉਹਨਾਂ ਤਕਰੀਬਨ ਓਮੀ ਦਾ ਅਰਥ ਜਿਹੜਾ ਉਹ ਸਿਰਫ ਤੇ ਸਿਰਫ ਅਨਪੜ੍ਹ ਕੀਤਾ, ਪਰ ਇਹ ਨਹੀਂ ਦੱਸਿਆ ਓਮੀ ਅਨਪੜ੍ਹ ਕਿਉਂ ਹੈ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ, ਉਹਨਾਂ ਦੇ ਟੀਕੇ ਵਿੱਚ ਆਪ ਜੀ ਪੜ੍ਹਿਓ, ਉਹ ਕਹਿੰਦੇ ਨੇ ਜਿਹੜਾ ਓਮੀ ਸ਼ਬਦ ਹੈ, ਅਰਬੀ ਵਿੱਚ ਇੱਕ ਸ਼ਬਦ ਹੈ ਓਮ, ਅਰਬੀ ਦਾ ਹੈ ਸ਼ਬਦ ਓਮੀ, ਇਹ ਸੰਸਕ੍ਰਿਤ ਦਾ ਓਮ ਤੋਂ ਨਹੀਂ ਬਣਿਆ। ਬੇਨਤੀ ਹੈ, ਅਰਬੀ ਵਿੱਚ ਇੱਕ ਸ਼ਬਦ ਹੈ ਓਮ, ਤੇ ਓਮ ਦਾ ਲਫ਼ਜ਼ੀ ਅਰਥ ਹੈ ਮਾਂ। ਹੁਣ ਹੋਰ ਰੋਚਕਤਾ ਵਧੀ ਵੀ ਮਾਂ ਤੇ ਅਨਪੜ੍ਹ ਦਾ ਅਰਥ ਕੀ ਹੋ ਗਿਆ, ਓਮ ਦਾ ਅਰਥ ਮਾਂ। ਉਹ ਕਹਿੰਦੇ ਓਮ ਤੋਂ ਸ਼ਬਦ ਬਣਿਆ, ਓਮੀ ਬਣਾਇਆ। ਹੁਣ ਗੁਰਮੁਖੋ ਅਸਲ ਚ ਕੀ ਹੈ, ਅਰਬ ਵਿੱਚ ਜਿਹੜਾ ਬੱਚਾ ਜਨਮ ਵੇਲੇ ਉਹਦੇ ਫਾਦਰ ਦੀ, ਉਹਦੇ ਪਿਤਾ ਦੀ ਮੌਤ ਹੋ ਜਾਏ ਤੇ ਮਾਂ ਉਸ ਬੱਚੇ ਨੂੰ ਸਾਰੀ ਜ਼ਿੰਦਗੀ ਪੜ੍ਹਾ ਨਾ ਸਕੇ, ਤੇ ਉਹਨੂੰ ਕਹਿੰਦੇ ਨੇ ਇਹ ਓਮੀ ਹੈ। ਇਹਦਾ ਮਤਲਬ ਜਿਹੋ ਜਿਹਾ ਮਾਂ ਦੇ ਢਿੱਡ ਚੋਂ ਜੰਮਿਆ, ਉਹ ਜੀ ਜ਼ਿੰਦਗੀ ਬਤੀਤ ਕਰ ਗਿਆ, ਇਹਨੇ ਇੱਕ ਅੱਖਰ ਵੀ ਨਹੀਂ ਸਕਿਆ। ਹੁਣ ਮੈਂ ਬੇਨਤੀ ਕਰਾਂ, ਇਹ ਸ਼ਬਦ ਰੋਜ਼ ਆਸਾ ਦੀ ਵਾਰ ਚ ਪੜ੍ਹਿਆ ਜਾਂਦਾ, ਪਰ ਚੰਗੀ ਗੱਲ ਲੱਗੀ, ਕਿਉਂਕਿ ਅੱਖਰਾਂ ਵਿੱਚ ਆਪਾਂ ਨੂੰ ਜੁੜਨਾ ਚਾਹੀਦਾ ਹੈ। ਅੱਖਰਾਂ ਤੋਂ ਬਿਨਾ ਸ਼ਬਦ ਨਹੀਂ ਬਣਨਾ, ਸ਼ਬਦ ਤੋਂ ਬਿਨਾ ਸਮਝ ਨਹੀਂ ਪੈਣੀ। ਹੁਣ ਉਹ ਕਿੱਥੋਂ ਦਾ ਸ਼ਬਦ, ਅਰਬ ਦੀ ਪਿੰਡਾਂ ਦੀ ਮਨੌਤ ਓਮੀ, ਉਹਨੂੰ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਦੇ ਵਿੱਚ ਐ ਕਵਿਤਾ ਵਿੱਚ ਮੁਕੰਮਲ ਕਰ ਦਿੱਤਾ। ਇੱਕ ਬੇਨਤੀ ਹੋਰ ਦੇਖੋ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ, ਬੜੇ ਮਹਾਰਾਜ ਨੇ ਅੱਖਰਾਂ ਦੀ ਪਹਿਚਾਨ ਵਿੱਚ ਬੜੇ ਅਰਥ ਰੱਖੇ ਆ।
ਹੁਣ ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਯਾਰ, ਪਾਸੇ ਕਰ ਲਈ ਯਾਰ, ਇੱਕ ਸ਼ਬਦ ਆਉਂਦਾ ਯਾਰ ਯਈਏ ਨਾਲ, ਇੱਕ ਸ਼ਬਦ ਆਉਂਦਾ ਜਾਰ ਜੱਜੇ ਨਾਲ, ਇਹੀ ਦੋ ਹੁੰਦੇ ਆ। ਆਪ ਹਉਮੈ ਚ ਨਹੀਂ ਮੈਂ ਕਹਿ ਰਿਹਾ, ਪੂਰੇ ਸਮਗਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਿੱਥੇ ਵੀ ਜੱਜੇ ਨਾਲ ਇਹ ਲਫ਼ਜ਼ ਜਾਰ ਆਏਗਾ, ਅੱਖਾਂ ਮੀਟ ਕੇ ਅਰਥ ਕਰਿਓ, ਇਹਦਾ ਅਰਥ ਹੈ ਵਿਚਾਰੀ। ਜਿੱਥੇ ਜੱਜੇ ਨਾਲ ਆਏਗਾ, ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ, ਚੋਰ ਜਾਰ ਜੁਆਰ ਤੇ ਬੁਰਾ, ਚੋਰਾਂ ਜਾਰਾਂ ਜਾਰਾਂ ਤੇ ਤੈ ਕੂੜਿਆਰਾਂ। ਹੁਣ ਜਿੱਥੇ ਵੀ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਜੱਜੇ ਨਾਲ ਆਏਗਾ, ਇਸ ਜਾਰ ਦੇ ਲਫ਼ਜ਼ੀ ਅਰਥ ਬਿਲਕੁਲ ਇਹ ਨੇ ਕਿ ਜਿਹੜਾ ਬੰਦਾ ਆਪਣੇ ਜੀਵਨ ਤੋਂ ਨਿੱਗਰ ਚੁੱਕਾ ਹੈ। ਤੇ ਪਿਆਰਿਓ, ਜਿੱਥੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਯਈਏ ਨਾਲ ਆਏਗਾ, ਉਹਦੇ ਅਰਥ ਰੱਬ, ਗੁਰੂ ਤੇ ਮਹਾਂਪੁਰਖ ਹੈ। ਸੁਣ ਯਾਰ ਹਮਾਰੇ ਸੱਜਣ, ਯਈਏ ਨਾਲ ਹੈ। ਯਾਰ ਵੇ ਇੱਕ ਡੂ ਇੱਕ ਚਾੜੇ, ਉਹ ਯਈਏ ਨਾਲ ਹੈ। ਮੈਂ ਆਪ ਨੂੰ ਬੇਨਤੀ, ਸਿਰ ਬੜਾ ਚੰਗਾ ਲੱਗਾ ਵੀ ਤੁਸੀਂ ਇਸ ਪਾਸੇ ਤੁਰੇ ਹੋ, ਤੇ ਬਹੁਤ ਚੰਗੀ ਗੱਲ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸ਼ਬਦਾਵਲੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਕੋਸ਼ ਹੈ ਨਾ, ਸਾਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਸ਼ਗਤ ਅਰਥ ਹੈ ਹੀ ਕੋਈ ਨਹੀਂ। ਕੋਸ਼, ਗੁਰੂ ਗ੍ਰੰਥ ਸਾਹਿਬ ਕੋਸ਼ ਥੋੜਾ। ਜੇ ਕੋਈ ਇੱਥੋਂ ਇੱਕ ਲਫ਼ਜ਼ ਕਹੇ ਜੀ ਮੈਨੂੰ ਦੱਸੋ ਗੁਰੂ ਗ੍ਰੰਥ ਸਾਹਿਬ ਚ ਇਹਦੇ ਅਰਥ ਕੀ ਨੇ, ਕੋਸ਼ ਅਰਥ ਕੁਝ ਹੋਰ ਬੋਲੇਗਾ, ਗੁਰੂ ਗ੍ਰੰਥ ਸਾਹਿਬ ਅਰਥ ਕੁਝ ਹੋਰ ਬੋਲੇਗਾ। ਫਿਰ ਸੁਣੋ, ਡਿਕਸ਼ਨਰੀ ਚ ਅਰਥ ਹੋਰ ਹੋਣਗੇ, ਗੁਰੂ ਗ੍ਰੰਥ ਸਾਹਿਬ ਕੋਸ਼ਗਤ ਅਰਥ ਨਹੀਂ ਦੇਗਾ, ਗੁਰੂ ਗ੍ਰੰਥ ਸਾਹਿਬ ਪਰਿਭਾਸ਼ਕ ਅਰਥ ਦੇਗਾ। ਫਿਰ ਲਫ਼ਜ਼ ਪਰਿਭਾਸ਼ਕ ਅਰਥ ਦੇਗਾ, ਕੋਸ਼ਗਤ ਨਹੀਂ। ਹੁਣ ਉਦਾਹਰਨ ਦੇ ਤੌਰ ਤੇ ਸ਼ਬਦ ਮੈਂ ਵਰਤਣਾ ਬ੍ਰਹਮ ਗਿਆਨੀ, ਜੇ ਕੋਸ਼ ਵਿੱਚੋਂ ਦੇਖੋਗੇ ਤੇ ਦਾ ਅਰਥ ਹੋ ਜਾਏਗਾ ਬ੍ਰਹਮ ਦਾ ਗਿਆਨ ਰੱਖਣ ਵਾਲਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜਾਂਗੇ ਤੇ ਮਹਾਰਾਜ ਫਿਰ ਅਰਥ ਕਰਨਗੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇੱਥੇ ਪਰਿਭਾਸ਼ਕ ਨੇ, ਇਹ ਕੋਸ਼ਗਤ ਨਹੀਂ, ਪਰਿਭਾਸ਼ਕ ਨੇ ਨਾ ਜੀ। ਇਸੇ ਤਰ੍ਹਾਂ ਕਈ ਸ਼ਬਦਾਂ ਦੀ ਵੇਖਨੇ ਅਸੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ, ਮੈਂ ਬੇਨਤੀ ਕਰਾਂ, ਮੰਨ ਲਓ ਮੈਂ ਪਿਛਲੇ ਦਿਨ ਵੀ ਕਿਹਾ ਵੀ ਅਸੀਂ ਪੁੱਛੀਏ ਜੀ ਮੁਸਲਮਾਨ ਦਾ ਅਰਥ ਕੀ ਹੈ, ਤੇ ਸਾਨੂੰ ਫਿਰ ਲੱਭਣਾ ਪਏਗਾ, ਕੋਸ਼ਗਤ ਨਹੀਂ ਮਿਲੇਗਾ। ਗੁਰੂ ਇੱਕ ਤੁਕ ਵਿੱਚ ਵੀ ਅਰਥ ਦੇਗਾ, ਉਹਦੀ ਜਿਹੜੀ ਰੋਜ਼ਮर्रा ਜ਼ਿੰਦਗੀ ਦੀ ਉਹਦੀ ਮਰਿਆਦਾ ਹੈ ਜਾਂ ਉਹਦੀ ਸ਼ਰ੍ਹਾ ਹੈ, ਉਹਦੀ ਵੀ ਗੱਲ ਕਰੇਗਾ। ਕੋਸ਼ਗਤ ਅਰਥ ਨਹੀਂ ਦੇਗਾ, ਪਰਿਭਾਸ਼ਕ ਅਰਥ ਦੇਗਾ। ਮੇਰ ਮਸੀਤ ਸਿੱਦਕ ਮੁਸੱਲਾ ਹਕ ਹਲਾਲ ਕੁਰਾਨ ਸ਼ਰਮ ਸੁन्नत ਸੀਲ ਰੋਜ਼ਾ ਹੋ ਮੁਸਲਮਾਨ। ਪਰ ਇਹ ਡੈਫੀਨੇਸ਼ਨ ਇਸਲਾਮ ਵਿੱਚ ਨਹੀਂ ਮਿਲੇਗੀ, ਇਹ ਗੁਰੂ ਸਾਹਿਬ ਦੇਣਗੇ ਗੁਨਾਹ ਚ। ਜੇ ਪੁੱਛੀਏ ਇੱਕ ਤੁਕ ਵਿੱਚ ਮੁਸਲਮਾਨ, ਤੇ ਗੁਰੂ ਨਾਨਕ ਸਾਹਿਬ ਕਹਿਣਗੇ ਮੁਸਲਮਾਨ ਮੋਮ ਦਿਲ ਹੋਵੇ। ਦੇਖੋ ਕਾਜ਼ੀ, ਇਸਲਾਮ ਚ ਪੁੱਛੋ ਕਾਜ਼ੀ, ਉਹ ਕਹਿਣਗੇ ਖਲੀਫੇ ਤੋਂ ਬਾਅਦ ਜਿਹੜੇ ਜੱਜਮੈਂਟ ਦਿੰਦੇ ਸਨ ਉਹਨਾਂ ਨੂੰ ਕਾਜ਼ੀ ਕਿਹਾ ਗਿਆ। ਖਲੀਫਾ ਪਹਿਲਾਂ ਫੈਸਲਾ ਕਰਦਾ, ਫਿਰ ਕਾਜ਼ੀ ਸਨ। ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕਾਜ਼ੀ ਕੀ, ਮਹਾਰਾਜ ਕਹੇਗਾ ਕਾਜ਼ੀ ਸੋ ਜੋ ਉਲਟੀ ਕਰੇ। ਕਾਜ਼ੀ ਉਹ ਹੈ ਜਿਹੜਾ ਆਪਣੀ ਬਿਰਤੀ ਨੂੰ ਸੰਸਾਰ ਤੋਂ ਉਲਟੀ ਚਲਾਉਂਦਾ ਹੈ, ਪਰਮਾਤਮਾ ਵਾਲੇ ਪਾਸੇ ਚਲਾਉਂਦਾ ਹੈ। ਗੁਰਮੁਖੋ, ਮੈਂ ਸਿਰਫ ਇੰਨੀ ਕੁ ਬੇਨਤੀ ਤੁਹਾਨੂੰ ਕਰਨੀ ਹੈ, ਬੜੀ ਚੰਗੀ ਬਾਤ ਹੈ। ਜਿੱਥੋਂ ਤੱਕ ਗੱਲ ਚੱਲੀ ਕਲਚਰ ਦੀ, ਜਿਵੇਂ ਸਾਡੇ ਡਾਕਟਰ ਸਾਹਿਬ ਜੀ ਕਹਿ ਰਹੇ ਸਨ, ਸੁਹਾਗ ਬੋਲੀ ਨਾਲ ਜੋੜ ਸਨ। ਸੁਹਾਗ, ਇੱਕ ਗੱਲ ਆਪਾਂ ਨੂੰ ਪੂਰਾ ਭਰੋਸਾ ਹੈ, ਕੌਮ ਉਦੋਂ ਮਰਦੀ ਏ ਜਾਂ ਉਦੋਂ ਕੋਈ ਜਨ ਸਮੂਹ ਮਰਦਾ ਹੈ ਜਦੋਂ ਉਹਦੇ ਕੋਲ ਲਿਖਤ ਅਲੋਪ ਹੋ ਜਾਏ। ਲਿਖਤ ਨਾ ਹੋਵੇ ਜੀ। ਹੁਣ ਬਾਬਾ ਜੀ ਨੇ ਬਾਣੀ ਚ ਕਿਹਾ ਵੀ, ਲਿਖੇ ਬਾਝੋਂ ਸੁਰਤ ਨਹੀਂ ਬੋਲ ਬੋਲ ਗਵਾਈ ਹੈ। ਜੇ ਲਿਖਤ ਨਹੀਂ ਨਾ, ਲਿਖਤ ਤੋਂ ਬਿਨਾ ਬੰਦਾ ਮਰਦਾ ਹੈ। ਉਂਝ ਇਹਨਾਂ ਕਲਪਨਾ ਵੀ ਨਹੀਂ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਸ ਲਿਪੀ ਵਿੱਚ ਮੌਜੂਦ ਹੈ, ਜੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗੋ ਟਾਲੇ ਚੇਤੇ ਰੱਖੇ ਹੋਏ ਦੀ ਬੋਲੀ ਨੇ ਕਦੀ ਮਰਨਾ ਨਹੀਂ। ਇਹਨਾਂ ਕਲਪਨਾ ਵੀ ਨਹੀਂ ਚਾਹੀਦਾ ਆਪਾਂ ਮਰ ਗਏ ਜੀ। ਹਾਂ, ਪੰਜਾਬ ਵਾਲਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਤੇ ਹੁਣ ਤਾਂ ਵੋਕੈਬਲਰੀ ਕਿੰਨੀ ਕੁ ਰਹਿ ਗਈ ਜੀ, ਖਤਮ ਹੋ ਗਏ ਸਾਰੇ। ਹਾਂ, ਮਲੇਸ਼ੀਆ ਜਦੋਂ ਜਾਈਏ ਪੁਰਾਣੇ ਸ਼ਬਦ ਮਿਲਦੇ ਆ। ਪੰਜਾਬ ਦੇ ਪੁਰਾਣੇ ਸ਼ਬਦ ਬਾਹਰ ਲੋਕਾਂ ਕੀਆਂ ਸਾਂਭੇ, ਜਿਹੜੇ ਅਮਰੀਕਾ ਕੈਨੇਡਾ ਬੱਚੇ ਜੰਮੇ ਆ, ਉਹਨਾਂ ਨੂੰ ਤੇ ਆਉਂਦੀ ਕੋਈ ਨਹੀਂ। ਉਹਨਾਂ ਤੋਂ ਵਿਚਾਰਿਆਂ ਤੋਂ ਰਾਰਾ ਹੀ ਨਹੀਂ ਬੋਲਿਆ ਜਾਂਦਾ। ਉਹ ਰਾਰਾ ਨਹੀਂ ਬੋਲ ਸਕਦੇ, ਰਾੜਾ ਹੀ ਬੋਲੀ ਜਾਂਦੇ ਆ। ਉਹਨਾਂ ਦੀ ਮਜਬੂਰੀ ਹੈ।
ਤੇ ਫਿਰ ਉੱਥੇ ਵੀ ਕੀ ਜਿਹੜੇ ਸਕੂਲ ਚੱਲਦੇ ਆ, ਭਾਈ ਗੁਰਪ੍ਰੀਤ ਸਿੰਘ ਬੈਠੇ ਆ, ਮੈਂ ਹੈਰਾਨ ਹੁੰਨਾ ਵੀ ਅਸੀਂ ਜੀ ਕਥਾਵਾਚਕ ਰੱਖ ਲਿਆ, ਅੱਜ ਤੋਂ ਬਾਅਦ ਅੰਗਰੇਜ਼ੀ 'ਚ ਕਥਾ ਕਰੇਗਾ ਤੇ ਮੌਖਿਕ ਮਾਈਕ ਤੇ ਕਹੀ ਜਾਣਗੇ ਪੰਜਾਬੀ ਜ਼ਰੂਰ ਬੋਲੋ। ਅਗਲਾ ਪੁੱਛੇ ਵੀ ਤੈਨੂੰ ਪਹਿਲਾਂ ਥੱਲੇ ਲਾਈਏ, ਤੂੰ ਗੱਲ ਤੇ ਅੰਗਰੇਜ਼ੀ 'ਚ ਕਰਾ ਰਿਹਾ। ਮੈਂ ਤੁਹਾਨੂੰ ਇੱਕ ਉਦਾਹਰਨ ਦਿੱਤੀ ਇੱਥੇ ਜੀ, ਇੱਕ ਹਜੂਰ ਸਾਹਿਬ ਤੋਂ ਨੇੜੇ ਇੱਕ ਕਸਬਾ ਹੈ ਅਕੋਲਾ। ਚਲੋ ਅੱਜ ਵਿਸ਼ਾ ਤੁਸੀਂ ਇਹ ਸ਼ੁਰੂ ਕੀਤਾ, ਮੇਰੇ ਮਨ 'ਚ ਕੁਝ ਹੋਰ ਸੀ। ਉੱਥੇ ਮੈਂ ਕਥਾ ਕਰਨ ਗਿਆ ਪ੍ਰੋਫੈਸਰ ਸਾਹਿਬ ਤੇ ਜਿਸ ਘਰ 'ਚ ਮੈਂ ਠਹਿਰਿਆ ਸਾਂ, ਬੜੇ ਪ੍ਰੇਮੀ ਸੱਜਣ। ਜਦੋਂ ਮੈਂ ਘਰ ਗਿਆ ਉਹਨਾਂ ਦੇ ਮੈਨੂੰ ਕਮਰਾ ਦਿੱਤਾ, ਮੈਂ ਕਮਰੇ 'ਚ ਦਸਤਾਰ ਉਤਾਰ ਕੇ ਛੰਡ ਕੇ ਜਦੋਂ ਲਪੇਟ ਕੇ ਰੱਖੀ, ਇਹਨੇ ਚਿਰ ਨੂੰ ਇੱਕ ਬੱਚੀ ਆ ਗਈ। ਇਹ ਮੈਂ ਸੁਣਾਈ ਸੀ ਗੱਲ, 6-7 ਸਾਲ ਦੀ ਬੇਟੀ। ਤੇ ਮੈਨੂੰ ਇਹ ਸੀ ਵੀ ਜਾਂ ਤਾਂ ਮਰਾਠੀ ਬੋਲੂ ਜਾਂ ਅੰਗਰੇਜ਼ੀ ਬੋਲੂ ਜਾਂ ਹਿੰਦੀ। ਤੇ ਮੈਂ ਉਸ ਬੱਚੀ ਨੂੰ ਕੋਲ ਮੇਰੇ ਆ ਗਈ, ਫਤਿਹ ਬੁਲਾਈ ਤੇ ਮੈਂ ਪੁੱਛਿਆ ਬੇਟਾ ਆਪਕਾ ਨਾਮ ਕਿਆ ਹੈ? ਪਤਾ ਕੀ ਕਹਿੰਦੀ ਹੈ? ਕਹਿੰਦੀ ਬਾਬਾ ਜੀ ਸਾਡੇ ਗੇਟ ਦੇ ਅੰਦਰ ਮਰਾਠੀ ਹਿੰਦੀ ਅੰਗਰੇਜ਼ੀ ਬੋਲਣੀ ਬਾਪੂ ਜੀ ਨੇ ਬੰਦ ਕੀਤੀ ਹੈ, ਇੱਥੇ ਕੇਵਲ ਪੰਜਾਬੀ ਬੋਲੀ ਜਾਂਦੀ ਹੈ। ਮੈਂ ਸਤਿਗੁਰੂ ਦੀ ਹਜ਼ੂਰੀ ਚ ਮੈਨੂੰ ਉਹਨੇ ਸ਼ਬਦ ਕਿਹਾ, ਕਹਿੰਦੀ ਉਹਨੇ ਬਾਪੂ ਜੀ ਕਿਹਾ, ਉਹਨੇ ਪਾਪਾ ਨਹੀਂ ਕਿਹਾ, ਉਹ ਕਿ ਬਾਪੂ ਦਾਦਾ। ਕਹਿੰਦੀ ਇਹ ਬਾਪੂ ਜੀ ਨੇ ਬੰਦ ਕੀਤਾ ਹੋਇਆ ਹੈ, ਇੱਥੇ ਤੁਸੀਂ ਹਿੰਦੀ ਚ ਨਾ ਸਾਡੇ ਨਾਲ ਗੱਲ ਕਰਿਓ, ਤੁਹਾਨੂੰ ਪਤਾ ਨਹੀਂ ਹੋਣਾ ਸਾਡੇ ਘਰ ਦੇ ਇਸ ਦਾ ਵੀ ਸਾਡੇ ਘਰ ਅੰਦਰ ਇਸ ਗੇਟ ਤੋਂ ਅੰਦਰ ਜਿਹੜਾ ਵੜ ਜਾਂਦਾ ਉਹ ਸਿਰਫ ਪੰਜਾਬੀ ਹੀ ਬੋਲ ਸਕਦਾ ਹੈ। ਫਿਰ ਉਹ ਪੰਜਾਬੀ ਦਾ ਇੱਕ ਇੱਕ ਸ਼ਬਦ ਹਫ਼ਤੇ 'ਚ ਜਾਂ 15-20 ਦਿਨਾਂ ਬਾਅਦ ਮੈਂ ਕਿਹਾ ਮਲੇਸ਼ੀਆ ਗਏ, ਉੱਥੇ ਉਹ ਇੱਕ ਨੌਜਵਾਨ ਕਹਿੰਦਾ ਭਾਈ ਸਾਹਿਬ ਆਪਣਾ ਲੰਗਰ ਕੁਰਸੀ ਤੇ ਬਹਿ ਕੇ ਛਕੋਗੇ, ਭੁੰਜੇ ਬਹਿ ਕੇ ਛਕੋਗੇ। ਹੁਣ ਭੁੰਜੇ ਸ਼ਬਦ ਜਿਹੜਾ ਅੱਜ ਇੱਥੇ ਨਹੀਂ ਵਰਤਿਆ ਜਾਂਦਾ। ਮੈਂ ਆਪ ਨੂੰ ਬੇਨਤੀ ਕਰਾਂ ਇਹ ਸ਼ਬਦਾਵਲੀ, ਇਹ ਲਫ਼ਜ਼, ਇਹ ਅੱਖਰ ਜ਼ਰੂਰ ਸਾਂਭਿਓ। ਉਂਝ ਗੁਰੂ ਨੇ ਸਾਂਭ ਕੇ ਰੱਖ ਦਿੱਤੇ। ਜਦੋਂ ਭਾਈ ਸਾਹਿਬ ਘੋੜੀਆਂ ਦੀ ਸੁਹਾਗ ਦੀ ਗੱਲ ਕਰ ਰਹੇ ਸਨ ਤੇ ਮੈਨੂੰ ਵਡਹੰਸ ਰਾਗ ਵਿੱਚ ਘੋੜੀਆਂ ਚੇਤੇ ਆ ਗਈਆਂ, ਕਿਉਂਕਿ ਸੁਹਾਗ ਧੀਆਂ ਦਾ ਗਾਏ ਜਾਂਦੇ ਨੇ ਤੇ ਘੋੜੀਆਂ ਵੀਰਾਂ ਦੀਆਂ ਗਾਈਆਂ ਜਾਂਦੀਆਂ। ਸੁਹਾਗ ਥੋੜਾ ਮੁੰਡਿਆਂ ਦੇ ਗਾਏ ਜਾਂਦੇ ਆ, ਸੁਹਾਗ ਤੇ ਧੀਆਂ ਦੇ ਹੁੰਦੇ ਆ। ਤੇ ਜਿਹੜੀਆਂ ਘੋੜੀਆਂ ਨੇ ਬੀਬੀਆਂ ਨੂੰ ਪਤਾ ਹੋਣਾ ਹੈ, ਤੇ ਹੁਣ ਸ਼ਾਇਦ ਸ਼ਹਿਰ 'ਚ ਬੀਬੀਆਂ ਨੂੰ ਨਹੀਂ ਪਤਾ ਹੋਣਾ, ਕਿਉਂਕਿ ਹੁਣ ਇਹ ਵੀ ਪ੍ਰੋਫੈਸ਼ਨ ਬਣ ਗਿਆ, ਜਿਹਨੇ ਘੋੜੀਆਂ ਗਵਾਣੀਆਂ ਨੂੰ ਬੀਬੀਆਂ ਨੂੰ ਬੁੱਕ ਕਰ ਲਓ। ਇਸ ਤਰ੍ਹਾਂ ਨਾ ਜੀ, ਸੁਹਾਗ ਵਾਲੀਆਂ ਬੀਬੀਆਂ ਮਿਲ ਜਾਣੀਆਂ ਨੇ, ਘੋੜੀ ਵਾਲੀਆਂ ਵੀ। ਤੇ ਜਿੰਨੇ ਕੋ ਆਪਾਂ ਸਾਰੇ ਬਾਹਰ ਜਾਈ ਜਾਂਦੇ ਆ, ਹੁਣ ਕਈ ਥਾਵਾਂ ਤੇ ਬਰਾਤ ਵੀ ਕਿਰਾਏ ਤੇ ਮਿਲ ਜਾਂਦੀ, ਤੁਹਾਨੂੰ ਪਤਾ ਹੋਣਾ। ਪਤਾ ਜੀ ਆਪ ਜੀ ਨੂੰ, ਇਹ ਸੱਚੀ ਗੱਲ ਜੇ, ਹੱਸਣ ਵਾਲੀ ਨਹੀਂ। ਉਹ ਬਰਾਤ ਕਹਿੰਦੇ ਨੇ ਜੀ ਤੁਹਾਨੂੰ ਕਿੰਨੇ ਬੰਦੇ ਚਾਹੀਦੇ ਨੇ, ਕਿਸ ਉਮਰ ਦੇ ਚਾਹੀਦੇ ਨੇ, ਕਿਹੋ ਜਿਹੇ ਕੱਪੜੇ ਚਾਹੀਦੇ ਨੇ, ਇੰਨੇ ਰੁਪਏ ਦਿਹਾੜੀ ਲੱਗੇਗੀ। ਇਹ ਤਰਾਸਦੀ ਹੈ ਸਾਡੇ ਇੱਥੋਂ ਦੀ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਮੈਂ ਪਾਠ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵਡਹੰਸ ਰਾਗ ਵਿੱਚ ਭਾਵਾਂ ਕਿ ਉਹ ਘੋੜੀਆਂ ਨਹੀਂ ਜਿਹੜੀਆਂ ਵਿਆਹਾਂ 'ਚ ਗਾਈਆਂ ਜਾਂਦੀਆਂ ਨੇ, ਉੱਥੇ ਗੁਰੂ ਜੀ ਨੇ ਪਹਿਲਾਂ ਘੋੜੀਆਂ ਉਚਾਰਨ ਕੀਤੀਆਂ ਤੇ ਜਦੋਂ ਘੋੜੀਆਂ ਦਾ ਪਾਠ ਸਮਾਪਤ ਹੋਇਆ ਉਦੋਂ ਬਾਅਦ ਅਲਾਹਣੀਆਂ ਮਹਾਰਾਜ ਨੇ ਉਚਾਰਨ ਕੀਤੀਆਂ। ਘੋੜੀਆਂ ਦਾ ਸੰਬੰਧ ਖੁਸ਼ੀ ਨਾਲ ਹੈ ਤੇ ਅਲਾਹਣੀ ਦਾ ਸੰਬੰਧ ਜਿਹੜਾ ਹੈ ਉਹ ਮਿਰਤਕ ਨਾਲ ਹੈ। ਅਲਾਹਣੀ ਵੀ ਸੁਰ 'ਚ ਪਾਈ ਜਾਂਦੀ ਸੀ, ਅਲਾਹਣੀਆਂ ਪਾਈਆਂ ਜਾਂਦੀਆਂ ਨੇ, ਘੋੜੀਆਂ ਗਾਈਆਂ ਜਾਂਦੀਆਂ ਨੇ। ਹੁਣ ਆਪਾਂ ਕਹਿੰਦੇ ਅਲਾਹਣੀਆਂ ਗਾਉਂਦੀਆਂ ਨੇ, ਲਾਹਣੀਆਂ ਗਾਉਂਦੀਆਂ ਨਹੀਂ, ਲਾਹਣੀਆਂ ਪਾਉਂਦੀਆਂ ਨੇ। ਕਿਹਦੇ ਨਾਂ ਤੇ ਅਲਾਹਣੀ ਪਾਵਾਂ, ਇਹ ਥੋੜਾ ਕਹਿੰਦੀ ਕਿਹਦੇ ਨਾਂ ਤੇ ਅਲਾਹਣੀ ਗਾਵਾਂ। ਅਲਾਹਣੀ ਪਾਈ ਜਾਂਦੀ ਹੈ, ਘੋੜੀ ਗਾਈ ਜਾਂਦੀ ਹੈ। ਗੁਰੂ ਸਾਹਿਬ ਨੇ ਕੀ ਕੀਤਾ, ਉਹਨਾਂ ਨੇ ਪੰਜਾਬ ਦਾ ਜਿਹੜਾ ਫੋਕ ਸੀ, ਜਾਂ ਉਹ ਸਮਝੋ ਜੀ ਸਿੱਧਾ ਜਿਹੜਾ ਪੰਜਾਬ ਦਾ ਲੋਕ ਵਿਰਸਾ ਸੀ ਜਾਂ ਲੋਕ ਧੁਨਾਂ ਸਨ, ਗੁਰੂ ਸਾਹਿਬ ਜੀ ਨੇ ਘੋੜੀਆਂ ਲਿਖ ਦਿੱਤਾ। ਪਰ ਉਹਨੂੰ ਸੰਸਾਰੀ ਘੋੜੀ ਨੇ ਬਣਾਇਆ। ਉੱਥੇ ਕਿਹਾ ਦੇ ਤੇਜਣ ਜੀ ਰਾਮ ਉਪਾਇਆ ਰਾਮ, ਸਰੀਰ ਇੱਕ ਘੋੜੀ ਹੈ। ਉਸ ਤੋਂ ਅੱਗੇ ਅਲਾਹਣੀਆਂ ਨੇ ਤੇ ਗੁਰੂ ਸਾਹਿਬ ਜੀ ਨੇ ਲਿਖ ਦਿੱਤਾ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ, ਮੋਹਲਤ ਪੁੰਨੀ ਪਾਈ ਭਰੀ ਜਾਨੀੜਾ ਘੱਤ ਚਲਾਇਆ। ਪਹਿਲਾਂ ਘੋੜੀਆਂ ਫਿਰ ਅਲਾਹਣੀਆਂ। ਗੁਰੂ ਸਾਹਿਬ ਨੇ ਇੱਕ ਬਖਸ਼ਿਸ਼ ਕੀਤੀ ਇੱਥੇ, ਮੈਨੂੰ ਯਾਦ ਹੈ ਪ੍ਰਿੰਸੀਪਲ ਸਤਵੀਰ ਸਿੰਘ ਇੱਕ ਵਾਰੀ ਸ਼ਬਦ ਬੋਲੇ ਸਨ, ਕਹਿਣ ਲੱਗੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰਲੇਖ ਵਿੱਚ ਵੀ ਸਾਨੂੰ ਜੀਵਨ ਜਾਚ ਦਿੱਤੀ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰਲੇਖ ਨੇ ਇਹਦੇ ਵਿੱਚ ਵੀ ਜੀਵਨ ਜਾਚ ਹੈ। ਉਹ ਕਹਿੰਦੇ ਸਭ ਤੋਂ ਪਹਿਲਾਂ ਅਸੀਂ ਪੜ੍ਹਨੇ ਆ ਸਰਲੇਖ ਬਾਣੀ ਦਾ ਜਪ, ਜਪ ਤੋਂ ਬਾਅਦ ਆਉਂਦਾ 100 ਦਰ। ਉਸ ਦਿਨ ਮੈਂ ਅਰਜ਼ ਕੀਤੀ ਸੀ ਪਾਠ ਇਕੱਠਾ ਨਹੀਂ, ਜੇ ਅਸੀਂ ਪਾਠ ਕਹਾਂ ਸਾਰੇ ਕਾਲੀ ਚ ਕਹਿੰਦੇ ਆ ਮੈਂ ਸੋਦਰ ਦੀ ਚੌਂਕੀ ਲਾਵਾਂ, ਅਸੀਂ ਸੋਦਰ ਕਰਨ ਲੱਗੇ ਆ
याद रखियो 100 दर कोई नहीं शब्द हैगा गुरु ग्रंथ साहिब च, ये पाठ है 100 दर। पहला है जप, दूजा सरलेख है 100 दर, तीसरा सरलेख है 100 पुरख, ते चौथा सरलेख है सोहेला। श्री राग तो पहला 4 सरलेख ने। ये 4 सरलेख भी आत्मक जीवन ने। गुरमुखो, जिवें इंसान का जन्म हुंदा है, ਇਹਦਾ सब तो पहला संबंध जिहड़ा संसार नाल बनदा है, मैं कई बारी कहना अखां नाल देखदा है पर पहचान कोई नहीं, ਕੰਨਾਂ ਨਾਲ ਸੁਣਦਾ है शब्द की ओनी समझ नहीं, हथ पैर कहन पकड़ नहीं ते चल नहीं सकता। जन्म तो बाद बच्चे का सब तो पहला संबंध जिहड़ा मां की बॉडी नाल बनदा है, इस मूंह करके बनदा है, इन्हां बुल्लां ते जीभ करके। पहला प्यार लगा थन दुध, पहला वो मां का दुध चुंगदा है, ते ओनू ये भी नहीं पता है मेरी मां है, ओनू ये भी नहीं पता जो कुछ मैं चुंग रहा इस दुध है। पर रब ने एक सोझी दिती ना, 1 घंटे का बच्चा मां का दुध चुंगन लग पैंदा है। जे मां का दुध चुंगेगा, मूहरी गई हुई खुराक, मूहरी गई हुई भोजन, वो दुध ਇਹਦੇ तन दे रोम रोम विच रच जाएगा। ਜਿਹੜਾ ਮੂੰਹ ਤੋਂ ਗੁਰੂ का जप शुरू करेगा, सच वे गुरु का शब्द दे रोम रोम विच रच जाएगा। पहला सरलेख जप है। जप का संबंध बोलन नाल है। जे जप करेगा तो तेनू की मिलेगा? 100 दर। याद रखो, जिदे कोल जप कोई नहीं, वो दर ते किवें जाएगा? जिसके पास नाम नहीं, उन्होंने धाम कित्थों मिल जाएगा? इसे करके 12 मार्च महाराज जी ने कहा, नानक की बेनंतिया कर कृपा दीजै नाम, हर मेलो स्वामी संग प्रभ जिसका नेचल धाम। नाम है ते धाम मिलेगा, जे एड्रैस ही कोई नहीं तो जाना कितने है? फिर बेनती सुनो, नाम की चीज? वो कहते मैं मेरा अंदर बिल्कुल शुद्ध है, उंज मैं नाम कोई नहीं जपदा। प्यारिओ चेते रखियो, नाम तो बिना धाम नहीं लभदे हुंदे। प्रभु का धाम भी तां लभेगा जे जबान उत्ते प्रभु का नाम होवेगा। नाम दे नाल ही धाम लभदा है। मैं अर्ज कीती, पहला है जप, दूजा सरलेख है 100 दर। ओ दर ਇਹਦੇ ਵਿੱਚ 100 घर भी है। 100 दर तो बाद महाराज ने ਜਿਹੜਾ सरलेख दिता, वो दिता 100 पुरख। देखो बकायदा सरलेख है 100 पुरख। 100 दर का अर्थ हो गया ओ दर, ओ दरवाजा। ते 100 पुरख का अर्थ ओ पुरख केड़ा जिन्हों असीं अकाल पुरख कहने, जिन्हों अकाल मूर्त कहने। महाराज कहते आ जप है ते 100 दर दरवाजे तक जाएगा। ते केवल दर तक नहीं, दर नूं लंघेगा ते 100 पुरख है। जे तेरा जिउंदे जी 100 पुरख नाल मिलाप हुंदा है, मौत सब तो डरावनी है। चेते रखी, तेरे लिए मौत भी विआह दा खुशी दा गीत बन जाएगा। चौथा सरलेख है सोहेला। आप सब नूं पता है बाणी विच सोहेला शब्द बड़ी बारी वरते है, सोहलड़े भी वरत्या है। सोहेला शब्द गुरु जी ने, ते सोहले दा अर्थ मंगलमय गीत करने, खुशी दा गीत करने। एक सोलहे आउंदा है, एक सोहेले आउंदा है। मारू सोहले, वो लल्ला पहला है, इत्थे हाँ पहला है। उत्थे जदों असीं पाठ करने आ सोलहे, ओदा अर्थ है जिहड़ा शब्द तुसीं पढ़न लगे हो 16 पदियां वाला है। हालांकि कई शब्दां दे पदे घट वध भी ने, पर ओदा सरलेख है सोलहे। ते जदों इत्थे पाठ करने आ, यह है सोहेला राग गौड़ी दीप की महला पहला। हुण देखो, मैं फिर अर्ज की, गुरु साहब कितनी बख्शिश करदे। गुरु नानक साहब ने सोहेला जिहड़ा है एदी आरंभता करतारपुर ही की। महाराज करतारपुर आप पाठ करते रहे। पिछले दिनी जदों असीं करतारपुर गए, मैं बड़ी बड़ी अर्ज की है, जिस दिन लांघा खुलना सी उस दिन हुक्मनामे की विचार का मौका बनिया। ते गुरु ग्रंथ साहब की ताबिया बैठिया 18 सालां दियां जो घटनावां लिखत विच ने, वो सारियां सुरत विच एक बारी घुम गई कि बाबा जी इत्थे आए, 18 साल रहे। इत्थे सिखां ने बड़ियां बेनतियां करके आत्मक सवाल भी पूछे। गुरु साहब जी दे कोल इत्थे बाबा बुढ़ा जी, पापा अंजिता रंधावा जी,
ਭਾਈ ਮੂਲਾ ਜੀ, ਜਿੰਨੇ ਸਿੱਖਾਂ ਦੀ ਭਗਤਮਾਲ ਵਿੱਚ ਨੇ, ਕਾਫੀ ਉਹ ਸਿੱਖ ਉੱਥੇ ਮਹਾਰਾਜ ਦੇ ਕੋਲ ਆਏ। ਉੱਥੇ ਸਭ ਤੋਂ ਜ਼ਿਆਦਾ ਫਿਰ ਜਿਹੜੀ ਯਾਦ ਆਈ ਭਾਈ ਗੁਰਦਾਸ ਸਾਹਿਬ ਦੀ ਉਹ ਪੌੜੀ, ਕਰਤਾਰਪੁਰ ਦੀ ਰੋਜ਼ ਦੀ ਮਰਿਆਦਾ ਕੀ ਸੀ। ਉਹਦੇ ਵਿੱਚ ਮੈਂ ਆਪ ਨੂੰ ਇੱਕ ਬੇਨਤੀ ਕਰਨੀ ਹੈ, ਜਿਹੜੇ ਆਸਥਾ ਰੱਖਦੇ ਆ, ਆਸਥਾ ਸ਼ਬਦ ਮੈਂ ਵਰਤੇ ਹੈ, ਯਕੀਨ ਕਰਦੇ ਆ, ਉਹਨਾਂ ਦੇ ਬੇੜੇ ਪਾਰ ਹੁੰਦੇ ਆ। ਤੇ ਜਿਹੜੇ ਬੰਦੇ ਗਿਆਨੀ ਬਣ ਜਾਂਦੇ ਆ ਪਰ ਭਰੋਸਾ ਨਹੀਂ ਰੱਖਦੇ, ਬੇਭਰੋਸੇ ਬੰਦੇ ਨੌਲੇਜ ਲੈ ਕੇ ਵੀ ਡੁੱਬ ਜਾਂਦੇ ਆ। ਭਰੋਸਾ ਹੋਣਾ ਬਹੁਤ, ਸਿੱਖੀ ਵੀ ਤਾਂ ਹੀ ਭਰੋਸਾ, ਜਿਹਦਾ ਰੂਪ ਹੀ ਕੋਈ ਨਹੀਂ, ਰੇਖ ਹੀ ਕੋਈ ਨਹੀਂ, ਰੰਗ ਹੀ ਕੋਈ ਨਹੀਂ, ਉਹਨੂੰ ਜਪਣਾ ਹੈ। ਅਗਲਾ ਪੁੱਛੇਗਾ ਜਿਹੜਾ ਇਹ ਦੱਸਣਾ ਪਿਆ ਉਹ ਹੈ ਕੀ, ਅਗਲਾ ਫਿਰ ਕਹਿੰਦਾ ਨਹੀਂ, ਗੁਰੂ ਤੇਰਾ ਕਹਿੰਦਾ ਇਹਦੇ ਤੇ ਭਰੋਸਾ ਕਰ, ਯਕੀਨ ਕਰ। ਇਸੇ ਕਰਕੇ ਮੈਂ ਕਈ ਵਾਰੀ ਕਹਿੰਦਾ, ਅਰਦਾਸ ਵਿੱਚ ਜੀਵਨ ਮੰਗਿਆ, ਕੇਸ ਦਾਨ ਮੰਗਿਆ ਜੀ, ਸਿੱਖੀ ਦਾਨ ਮੰਗਿਆ, ਵਿਵੇਕ ਦਾਨ ਮੰਗਿਆ, ਰਹਿਤ ਦਾਨ ਮੰਗਿਆ। ਉੱਥੇ ਖਾਸ ਕਰਕੇ ਦੋ ਸ਼ਬਦ ਸਾਡੇ ਬਜ਼ੁਰਗਾਂ ਨੇ ਪਾਏ ਕਿ ਇਹਨਾਂ ਵਿੱਚ ਜਿੱਥੇ ਕਿਹਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਇੱਕ ਸ਼ਬਦ ਕਿਹਾ ਵਿਸਾਹ ਦਾਨ, ਭਰੋਸਾ ਦਾਨ। ਇਹ ਗੁਰੂ ਤੋਂ ਜਾਚਨਾ ਕਰੀਏ। ਗੁਰਮੁਖੋ, ਬੇਭਰੋਸੇ ਵਾਲੇ ਬੰਦੇ ਭਾਵੇਂ ਪੂਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਕੰਠ ਕਰ ਲੈਣ, ਡੁੱਬ ਜਾਣਗੇ। ਭਰੋਸੇ ਵਾਲਾ ਕਿਤੇ ਵਾਹਿਗੁਰੂ ਕਹਿੰਦਾ ਰਹੇ, ਉਹਦਾ ਬੇੜਾ ਪਾਰ ਹੋ ਜਾਏਗਾ। ਆਪ ਕਹੋਗੇ ਜੀ ਮੈਂ ਬਾਣੀ ਨਰਾਦਰੀ ਨਹੀਂ ਕਰ ਰਿਹਾ। ਭਰੋਸਾ ਬੜੀ, ਯਕੀਨ ਬੜੀ ਵੱਡੀ ਚੀਜ਼ ਹੈ। ਕਰਤਾਰਪੁਰ ਵਿੱਚ ਜੋ ਕੁਝ ਵਾਪਰਿਆ ਉਹ ਬਲਾਈਂਡ ਫੇਥ ਵਾਪਰਿਆ, ਭਰੋਸਾ ਵਾਪਰਿਆ। ਮੈਂ ਥੋੜੀ ਜਿਹੀ ਉਦਾਹਰਨ ਦੇਣਾ, ਕਿਉਂਕਿ ਅੱਜ ਜਿਵੇਂ ਵਾਹਿਗੁਰੂ ਗੁਰਮੰਤਰ ਹੈ, ਹਾਂਜੀ ਸਾਨੂੰ ਸਭ ਨੂੰ ਪਤਾ ਹੈ, ਅੰਮ੍ਰਿਤ ਸੰਚਾਰ ਵੇਲੇ ਪੰਜ ਪਿਆਰੇ ਨਾਮ ਅੰਮ੍ਰਿਤ ਦ੍ਰਿੜ ਕਰਾਉਂਦੇ, ਉਹ ਜਪਾਉਂਦੇ ਨਹੀਂ ਕੇਵਲ, ਕਿ ਵੀ ਕਹਿੰਦੇ ਜਪਾਨ ਨੂੰ ਤੇ ਮੈਂ ਬੋਲਾਂਗਾ ਵਾਹਿਗੁਰੂ ਬੋਲੋ, ਜਪਾ ਕੋਈ ਵੀ ਸਕਦਾ ਪਰ ਦ੍ਰਿੜ ਕੇਵਲ ਗੁਰੂ ਕਰਾਉਂਦਾ ਹੁੰਦਾ ਹੈ। ਪੰਜ ਪਿਆਰੇ ਸਾਹਿਬ ਨਾਮ ਅੰਮ੍ਰਿਤ ਦ੍ਰਿੜ ਕਰਾਉਂਦੇ ਆ। ਜਿਹੜਾ ਬੰਦਾ, ਮੈਨੂੰ ਬਖਸ਼ ਦਿਆ ਜੇ, 50 ਟੱਪ ਚੁੱਕਾ ਹੈ, ਕਥਾ ਵੀ ਕਰਦਾ ਹੈ, ਵਿਚਾਰਾਂ ਵੀ ਕਰਦਾ ਹੈ, ਉਹਨੂੰ ਇਹ ਕਲੀਅਰ ਨਹੀਂ ਕਿ ਸਿੱਖਾਂ ਦਾ ਗੁਰਮੰਤਰ ਕੀ ਹੈ, ਤੇ ਮੈਨੂੰ ਦੱਸੋ ਕਿਹੜੇ ਵੇਲੇ ਜਪ ਕੇ ਉਹਦਾ ਬੇੜਾ ਕਿਨਾਰੇ ਲੱਗੇਗਾ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਉਹ ਕਹਿੰਦੇ ਆ ਕਿ ਅੰਮ੍ਰਿਤ ਵੇਲੇ ਰੋਜ਼ ਗੁਰੂ ਨਾਨਕ ਸਾਹਿਬ ਆਪ ਵਾਹਿਗੁਰੂ ਸ਼ਬਦ ਸੰਗਤ ਨੂੰ ਸੁਣਾਉਂਦੇ ਨੇ। ਇਹ ਲਫ਼ਜ਼ ਦੋ ਨੇ, ਸਤਨਾਮ ਵੀ ਤੇ ਵਾਹਿਗੁਰੂ ਵੀ। ਭਾਈ ਸਾਹਿਬ ਲਿਖਦੇ ਆ, ਸਤ ਰੂਪ ਸਤ ਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ, ਸਾਧ ਸੰਗਤ ਸੱਚ ਖੰਡ ਵਸਾਇਆ। ਅੱਗੇ ਭਾਈ ਸਾਹਿਬ ਲਿਖਦੇ ਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਸੁਣਾਇਆ ਦਾ ਮਤਲਬ ਕੋਈ ਬੋਲਿਆ ਤੇ ਦੂਜੇ ਸੁਣਿਆ ਨਾ। ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਗੁਰੂ ਜੀ ਨੇ ਉਹ ਸ਼ਬਦ ਬੋਲਿਆ, ਸੰਗਤ ਨੇ ਸੁਣਿਆ। ਉਸ ਤੋਂ ਬਾਅਦ ਭਾਈ ਸਾਹਿਬ ਨੇ ਇੱਕ ਹੋਰ ਬਚਨ ਲਿਖਿਆ, ਉਹਦੇ ਵਿੱਚ ਜਿਹੜਾ ਅਸੀਂ ਪੜ੍ਹਨੇ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਇਸ ਤਰ੍ਹਾਂ ਥੋੜਾ ਸੀ ਕਿ ਬਾਬਾ ਜੀ ਬੜਾ ਵੱਡਾ ਲਾਮ ਲਸ਼ਕਰ ਪਿੱਛੇ ਹੋਣਾ। ਮੈਂ ਤਾਂ ਕਈ ਵਾਰੀ ਪ੍ਰਿੰਸੀਪਲ ਸਾਹਿਬ ਸੋਚਣਾ ਕਿ ਬਾਬਾ ਲਹਿਣਾ ਜੀ ਗਏ ਆ, ਜਿਨੇ ਘੋੜੇ ਦੀਆਂ ਲਗਾਮਾਂ ਪਕੜੀਆਂ ਉਹ ਪਹਿਚਾਣ ਹੀ ਸਕਿਆ, ਇਹ ਗੁਰੂ ਨਾਨਕ ਜਿਹੜਾ ਮੇਰਾ ਘੋੜਾ ਲੈ ਕੇ ਅੱਗੇ ਤੁਰਿਆ ਜਾਂਦਾ ਹੈ। ਇਹਦਾ ਮਤਲਬ ਕਿੰਨਾ ਸਾਦਾਪਨ ਸੀ, ਕੋਈ ਬਾਹਰ ਦਾ ਸ਼ੋ ਸ਼ਪਟਾ ਨਹੀਂ, ਗ੍ਰਸਤੀਆਂ ਵਾਲੇ ਕੱਪੜੇ, ਮੰਜੀ ਤੇ ਬਹਿਣਾ ਜਿਵੇਂ ਘਰ ਦੇ ਜੀ ਬਹਿੰਦੇ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਬਾਣੀ ਮੁਖੋਂ ਉਚਾਰੀ ਹੈ, ਬਹੁਤ ਸਾਰੀ ਬਾਣੀ, ਗੁਰੂ ਨਾਨਕ ਬਾਣੀ ਕਰਤਾਰਪੁਰ ਉਚਾਰਨ ਕੀਤੀ ਗਈ। ਬਾਣੀ ਮੁਖੋਂ ਉਚਾਰੀ ਹੈ, ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਤੁਨਕਾਰਾ। ਅੱਗੇ ਗੁਰੂ ਸਾਹਿਬ ਕੀ ਕਰਦੇ ਆ, ਸੋ ਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲੱਗਾ ਸਾਂ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਇਹ ਸੋਹਿਲਾ ਜਿਹੜਾ ਬਚਨ ਹੈ, ਮੈਂ ਅਰਜ਼ ਕੀਤੀ, ਇਹ ਖੁਸ਼ੀ ਦਾ ਗੀਤ, ਮੰਗਲਮਈ ਗੀਤ, ਵਿਆਹ ਵੇਲੇ ਗਾਏ ਜਾਣ ਵਾਲਾ ਗੀਤ। ਹੁਣ ਤੁਸੀਂ ਦੇਖੋ, ਇਸ ਵਿੱਚ ਜਿਹੜੀ ਸ਼ਬਦਾਵਲੀ ਹੈ ਉਹ ਵਿਆਹ ਨਾਲ ਸੰਬੰਧਿਤ ਹੈ, ਵਿਆਹ ਨਾਲ। ਤੇ ਜਦੋਂ ਤੁਸੀਂ ਪੰਜਾਬ ਦੇ ਕਲਚਰ ਨੂੰ ਪੜੋਗੇ
ਤੇ ਬਾਬਾ ਫਰੀਦ ਤੇ ਗੁਰੂ ਨਾਨਕ ਦੀ ਬਾਣੀ ਵਿੱਚ ਜ਼ਿਆਦਾਤਰ ਉਦਾਹਰਨਾਂ ਪੰਜਾਬ ਦੇ ਕਲਚਰ ਦੀਆਂ ਨੇ। ਸੁਣੋ ਇਸ ਥੋੜਾ ਜਿਹਾ। ਉਸ ਦਿਨ ਮੈਂ ਬੇਨਤੀ ਕੀਤੀ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸਰੀਆਂ ਜੂ ਹੋਵੇ ਸਾਹਿਬ ਸਿਉ ਮੇਲ, ਘਰ ਘਰ ਏਕੋ ਪਹੁੰਚਾ। ਪਿਆਰਿਓ ਇਹ ਯਾਦ ਰੱਖਿਓ, ਟਿੱਪੀ ਲਾ ਕੇ ਦਾ ਪਾਠ ਨਹੀਂ ਕਰਨਾ, ਇਹ ਪਹੁੰਚਾ ਨਹੀਂ। ਪੱਪੇ ਨੂੰ ਕੰਨਾ, ਖਾਹੇ ਨੂੰ ਔਂਕੜ, ਚੱਚੇ ਨੂੰ ਕੰਨਾ, ਪਹੁੰਚਾ, ਪਹੁੰਚਾ ਨਹੀਂ। ਘਰ ਘਰ ਏਕੋ ਨਹੀਂ, ਬੋਲ ਬੋਲ ਗਵਾਈਏ। ਪਵਨ ਸਦਨ ਜੇ ਲਿਖਤ ਨਹੀਂ ਨਾ, ਲਿਖਤ ਤੋਂ ਬਿਨਾ ਬੰਦਾ ਮਰਦਾ ਹੈ। ਆਵਨ ਆਵਨ। ਹੁਣ ਇੱਥੇ ਕੀ ਮਾਰੇ ਕਰ ਰਹੇ ਆ ਬਖਸ਼ਿਸ਼। ਇਹ ਸਾਡਾ ਪੰਜਾਬ ਦੇ ਵਿਆਹ ਦੀਆਂ ਰਸਮਾਂ ਨੇ, ਇਹਨੂੰ ਮਰਿਆਦਾ ਨਾਲ ਨਾ ਜੋੜਿਓ ਤੇ ਇੰਨੀ ਵੀ ਕੱਟੜਤਾ ਨਾ ਵਰਤਿਆ ਕਰੀਏ। ਮੇਰੀ ਬੇਨਤੀ ਹੈ, ਮਰਿਆਦਾ ਠੀਕ ਹੈ, ਕੋਈ ਗੱਲ ਨਹੀਂ, ਉਹ ਕੰਮ ਨਾ ਕਰੀਏ ਜਿਸ ਨਾਲ ਗੁਰੂ ਸਿਧਾਂਤ ਨੂੰ ਸੱਟ ਵੱਜੇ। ਜੇ ਬੱਚੇ ਕਿਤੇ ਮੰਨ ਲਓ ਕਿਸੇ ਰਸਮ ਵੱਲ ਤੁਰਦੇ ਵੀ ਆ, ਹੋ ਸਕਦਾ ਕਈਆਂ ਨੂੰ ਲਾਈਕ ਨਹੀਂ ਕਰਨਾ ਇਸ ਚੀਜ਼ ਨੂੰ, ਪਰ ਇੰਨੀ ਸੰਕੀਰਨਤਾ ਨਹੀਂ। ਇੱਥੇ ਹੁਣ ਗੁਰੂ ਸਾਹਿਬ ਨੇ ਮਰਿਆਦਾ ਦੀ ਗੱਲ ਨਹੀਂ ਕੀਤੀ, ਰਸਮ ਦੀ ਕੀਤੀ। ਇਹ ਰਸਮ ਜਿਹੜੀ ਪੰਜਾਬ 'ਚ ਕੋਈ ਜ਼ਰੂਰੀ ਥੋੜਾ ਵੀ ਇਹ ਗੋਰੇ ਵੀ ਕਰਦੇ ਹੋਣ। ਹੁਣ ਰਸਮ ਕੀ ਹੈ, ਬੱਚੀ ਦੇ ਵਿਆਹ ਤੋਂ ਪਹਿਲਾਂ ਉਹਨੂੰ ਮਾਈਏ ਪਾਇਆ ਜਾਂਦਾ ਹੈ, ਤੇਲ ਪਾਉਣਾ ਜਿਹੜਾ ਕਹਿੰਦੇ ਆ। ਉਸ ਵਕਤ ਉਹਦੀਆਂ ਸਹੇਲੀਆਂ, ਇਹ ਚਾਚੀਆਂ, ਤਾਈਆਂ, ਮਾਮੀਆਂ, ਮਾਸੀਆਂ, ਭੂਆ, ਮਾਂ ਵੀ ਉਹਦੇ ਵਿੱਚ ਸ਼ਮੂਲੀਅਤ ਕਰਦੀ, ਪਰ ਕੱਲੀਆਂ ਬੀਬੀਆਂ ਹੁੰਦੀਆਂ ਨੇ ਮਾਈਏ ਪਾਉਣ ਲੱਗਿਆ। ਉਸ ਵੇਲੇ ਦੋ ਤਰ੍ਹਾਂ ਦੇ ਗੀਤ ਗਾਏ ਜਾਂਦੇ ਆ, ਬੈਰਾਗ ਦੇ ਵੀ ਤੇ ਖੁਸ਼ੀ ਦੇ ਵੀ। ਖੁਸ਼ੀ ਦਾ ਗਾਇਆ ਜਾਂਦਾ, ਤੂੰ ਆਪਣੇ ਸਾਈਂ ਦੇ ਘਰ ਜਾਣਾ ਹੈ, ਤੇ ਬੈਰਾਗ ਤਾਂ ਉਪਜਦਾ ਹੈ, ਤੂੰ ਆਪਣੇ ਮਾਪਿਆਂ ਦੇ ਘਰ ਨੂੰ ਛੱਡ ਕੇ ਜਾਣਾ ਹੈ। ਦੋ ਹੀ ਚੀਜ਼ਾਂ। ਇਸੇ ਕਰਕੇ ਗੁਰੂ ਨੇ ਲਾਵਾਂ 'ਚ ਇੱਕ ਸ਼ਬਦ ਵਰਤਿਆ, ਹਰ ਤੀਜੜੀ ਲਾਮ ਮਨ ਚਾਓ ਭਇਆ ਬੈਰਾਗੀਆਂ। ਬਰਾਮ ਜੀਓ, ਚਾਹ ਤੇ ਬੈਰਾਗ ਕਿਉਂ? ਵਿਆਹ ਵਿੱਚ ਦੋਵੇਂ ਚੱਲਦੇ ਨੇ ਜੀ। ਵਿਆਹ ਵਿੱਚ ਚਾਹ ਵੀ ਹੁੰਦਾ ਹੈ ਤੇ ਬੈਰਾਗ ਵੀ ਹੁੰਦਾ ਹੈ। ਖਾਸ ਕਰਕੇ ਬੇਟੀ ਵਾਲੇ ਪਾਸਿਓਂ ਜਦੋਂ ਅਸੀਂ ਉਹਦਾ ਕਾਜ ਸ਼ੁਰੂ ਕਰਨੇ ਆ, ਚਾਹ ਹੁੰਦਾ ਹੈ, ਘਰ ਲੱਭਾ, ਚਾਹ ਨਾਲ ਅਸੀਂ ਹਰ ਕੰਮ ਕਰ ਰਹੇ ਹਾਂ। ਜਦੋਂ ਡੋਲੀ ਤੋਰਨ ਲੱਗਨੇ ਉਹ ਚਾਹ ਬੈਰਾਗ ਵਿੱਚ ਬਦਲ ਜਾਂਦਾ ਹੈ। ਚਾਹ ਵੀ ਹੈ ਤੇ ਬੈਰਾਗ ਵੀ ਹੈ। ਗੁਰੂ ਸਾਹਿਬ ਨੇ ਇਹ ਉਦਾਹਰਨ ਲਈ, ਬੱਚੀ ਦੇ ਕੇਸ਼ਾਂ 'ਚ ਤੇਲ ਪਾਉਂਦੀਆਂ ਨੇ ਸਹੇਲੀਆਂ, ਚਾਚੀਆਂ, ਤਾਈਆਂ, ਪਰ ਇੱਕੋ ਦਮ ਮਾਹੌਲ ਬੈਰਾਗਮਈ ਹੋ ਜਾਂਦਾ ਹੈ, ਰੋਣ ਲੱਗ ਪੈਂਦੀਆਂ ਨੇ। ਜੇ ਪੁੱਛੀਏ ਜੀ ਵਿਆਹ ਦਾ ਕੰਮ ਤੁਸੀਂ ਰੋਂਦੀਆਂ ਕਿਉਂ ਜੇ, ਉੱਤਰ ਮਿਲਦਾ ਹੈ, ਅੱਜ ਕੇਸਾਂ 'ਚ ਤੇਲ ਪੈ ਗਿਆ, ਮਾਈਏ ਪੈ ਗਈ, ਹੁਣ ਇਹਨੇ ਕੰਮ ਕੋਈ ਨਹੀਂ ਕਰਨਾ। ਯਾਦ ਰੱਖੋ, ਸਾਡੇ ਪਿੰਡਾਂ 'ਚ ਇੱਕ ਵਾਰੀ ਕਹਿੰਦੇ, ਜਿਹੜਾ ਮੁੰਡਾ ਨਾ ਕੰਮ ਕਰੇ, ਪੱਠੇ ਨਾ ਵੱਢੇ, ਮਾਲ ਡੰਗਰ ਨਾ, ਉਹ ਕਹਿੰਦੇ ਤੂੰ ਮਾਈਏ ਪਿਆ ਓਏ, ਉੱਠ ਕੇ ਕੰਮ ਕਰ। ਮਾਈਏ ਪੈਣ ਦਾ ਮਤਲਬ ਵੀ ਹੁਣ ਕੰਮ ਨਾ ਕਰੀ, ਵੀ 4 ਦਿਨਾਂ ਨੂੰ ਤੇਰਾ ਵਿਆਹ ਹੈ। ਮਹਾਰਾਜ ਕਹਿੰਦੇ ਆ ਮਾਈਏ ਪਾ ਦਿੱਤਾ ਜਾਂਦਾ ਹੈ, ਤੇ ਉਹ ਗੱਲ ਪੱਕੀ ਹੋ ਗਈ ਵੀ ਹੁਣ ਇਹਨੇ ਅਗਲੇ ਘਰ ਜਾਣਾ ਹੀ ਜਾਣਾ ਹੈ। ਤੇਲ ਪੈ ਗਿਆ ਕੇਸਾਂ 'ਚ। ਮਾਂ ਦੇ ਮਨ 'ਚ ਬੈਰਾਗ ਹੈ ਕਿ ਹੁਣ ਪੱਕਾ ਕੰਮ ਹੋ ਗਿਆ, ਕੇਸਾਂ 'ਚ ਤੇਲ ਪੈ ਗਿਆ। ਮੇਰੇ ਗੁਰੂ ਜੀ ਨੇ ਕੀ ਕੀਤਾ, ਕਹਿਣ ਲੱਗੇ ਤੂੰ ਧੀ ਦੇ ਕੇਸਾਂ 'ਚ ਤੇਲ ਪਾ ਕੇ ਬੈਰਾਗੀ ਹੋ ਗਿਆ, ਇਹ ਵਿਆਹ ਦਾ ਕੰਮ ਹੈ। ਫਿਰ ਗੱਲ ਸੁਣਿਓ, ਉਦਾਹਰਨ ਵਿਆਹ ਦੀ ਹੈ ਤੇ ਸਮਝਾਉਂਦੇ ਮੌਤ ਪਏ ਨੇ। ਸੰਬਤ ਸਾਹਾ ਲਿਖਿਆ ਵਿਆਹ ਦਾ ਕੰਮ ਹੈ। ਉਦਾਹਰਨਾਂ ਮਿਲ ਕਰ ਪਾਵੋ ਤੇਲ। ਮੁਰਦੇ ਨੂੰ ਕਿਹੜਾ ਤੇਲ ਪਾਉਂਦਾ? ਚਲੋ ਲੋਕੀ ਐਵੇਂ ਭਰਮ ਕਰਦੇ ਆ, ਮੂੰਹ 'ਚ ਘਿਓ ਪਾਉਂਦੇ ਆ। ਇਹ ਵੈਸੇ ਮੈਂ ਤੁਹਾਨੂੰ ਬੇਨਤੀ ਕਰਾਂ, ਇਹ ਕੋਈ ਮਰਿਆਦਾ ਨਹੀਂ ਹੈਗੀ ਵੀ ਇਹਦੇ ਮੂੰਹ 'ਚ ਘਿਓ ਪਾ ਦਿਓ। ਕਈਆਂ ਨੂੰ ਪਤਾ ਹੀ ਕੋਈ ਨਹੀਂ। ਮੈਨੂੰ ਯਾਦ ਹੈ ਸਾਡੇ ਇੱਕ ਰਾਗੀ ਸਿੰਘ ਕਹਿੰਦੇ, ਗੱਲ ਬੜੀ ਸ਼ੁਗਰ ਵਾਲੀ, ਕਹਿੰਦੇ ਹੁੰਦਾ ਕੋਈ ਬੰਦਾ ਮਰ ਗਿਆ ਬਲੱਡ ਪ੍ਰੈਸ਼ਰ ਨਾਲ, ਉਹ ਅਟੈਕ ਹੋਇਆ, ਮਰ ਗਿਆ, ਤੇ ਉਹ ਜਦੋਂ ਬਾਪੂ ਨੂੰ ਘਿਓ ਪਾਉਣ ਲੱਗੇ, ਉਹਦਾ ਪੁੱਤਰ ਵੱਡਾ ਕਹਿੰਦਾ ਨਾ ਪਾਓ, ਅੱਗੇ ਇਹਨੂੰ ਬਲੱਡ ਪ੍ਰੈਸ਼ਰ ਬੜਾ ਜ਼ਿਆਦਾ ਜੇ। ਹੁਣ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਮਰ ਚੁੱਕਾ ਹੈ। ਉਹ ਮਰੇ ਲਈ ਸ਼ਬਦ ਵਰਤੀ ਜਾਂਦਾ, ਘਿਓ ਨਾ ਪਾਇਓ, ਅੱਗੇ ਬਾਪੂ ਨੂੰ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ। ਮੈਂ ਤੁਹਾਨੂੰ ਬੇਨਤੀ ਕਰਾਂਗਾ, ਤੇਲ ਪਾਇਆ ਜਾਂਦਾ ਹੈ ਗੁਰਮੁਖੋ ਵਿਆਹ ਵੇਲੇ। ਹੁਣ ਮਿਲ ਕਰ ਪਾਵੋ ਤੇਲ। ਗੁਰੂ ਸਾਹਿਬ ਜੀ ਨੇ ਵਿਆਹ ਦੀ ਰਸਮ ਵਿੱਚੋਂ ਇੱਕ ਚਾਹ ਵਿੱਚੋਂ ਬੈਰਾਗ ਪੈਦਾ ਕਰ ਦਿੱਤਾ। ਚਾਹ ਹੈ, ਪਰ ਇਸ ਬੈਰਾਗ ਵਿੱਚੋਂ ਚਾਹ ਪੈਦਾ ਕਰ ਦਿੱਤਾ ਕਿ ਜਿੰਨਾ ਵਿਆਹ ਦੀ ਖੁਸ਼ੀ ਚਾਹ ਹੁੰਦਾ ਹੈ, ਤੂੰ ਜਪ ਕਰੀ, ਤੂੰ 100 ਦਰ ਤੱਕ ਪਹੁੰਚ ਜਾਏ, 100 ਪੁਰਖ ਤਰ ਤੇਰਾ ਮਿਲਾਪ ਹੋ ਜਾਏ। ਚੇਤੇ ਰੱਖੀ, ਮੌਤ ਤੇਰੇ ਵਾਸਤੇ ਡਰਾਵਣੀ ਨਹੀਂ। ਜੇ ਬੰਦਗੀ ਕਰੇਗਾ, ਮੌਤ ਇਸ ਤਰ੍ਹਾਂ ਮਿਲੇਗੀ ਜਿਵੇਂ ਵਿਆਹ ਦੀ ਖੁਸ਼ੀ ਹੁੰਦੀ ਹੈ। ਇਹ ਸੋਹਿਲਾ ਬਣ ਜਾਏਗੀ, ਇਹ ਸੋਗ ਨਹੀਂ ਬਣੇਗੀ।
ਮਹਾਰਾਜ ਨੇ ਹਾਲਾਂ ਵਿਆਹ ਦੀ ਉਦਾਹਰਨ ਦਿੱਤੀ ਹੈ ਤੇ ਘੋੜੀ ਨਹੀਂ ਲਿਖ, ਇਹ ਅਲਾਣੀ ਨਹੀਂ ਲਿਖਿਆ। ਮਹਾਰਾਜ ਕਹਿੰਦੇ ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜਿਉ ਹੋਵੇ, ਦਿਓ ਅਸੀਸਾਂ ਮਾਲਕ ਨਾਲ ਮੇਲ ਹੋਵੇ। ਹੁਣ ਦੇਖੋ ਇੱਥੇ ਸੰਬਤ ਸਾਹ ਲਿਖਿਆ ਆ ਗਿਆ। ਹਾਂਜੀ, ਬਾਬੇ ਫਰੀਦ ਨੂੰ ਪੜੋ। ਰਸਮਾਂ ਤੇ ਮੁਸਲਮਾਨਾਂ ਦੀਆਂ ਮੇਲ ਖਾਂਦੀਆਂ ਸਨ ਸਾਡੇ ਨਾਲ, ਜਿਹੜੀਆਂ ਪੇਂਡੂ ਕਲਚਰ ਸੀ ਉਹਦੇ ਵਿੱਚ। ਜਿਵੇਂ ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਸੰਬਤ ਸਾਹਾ ਲਿਖਿਆ ਗੁਰੂ ਨਾਨਕ ਸਾਹਿਬ ਕਹਿ ਰਹੇ। ਦੇਖੋ ਕਿਵੇਂ ਆਪਸ ਚ ਮੇਲ ਖਾ ਰਹੇ ਉਹ ਚੀਜ਼। ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਮਾਣੀ ਕੱਢੀਏ ਖੱਡਾਂ ਕੂਕੜਕਾਏ, ਸਾਹੇ ਲਿਖੇ ਨਾ ਚੱਲਣੀ, ਘਰ ਘਰ ਇਹੋ ਪਹੁੰਚਾ। ਇਸ ਪਹੁੰਚਾ ਦਾ ਅਰਥ ਸਾਹੇ ਚਿੱਠੀ ਆਉਣੀ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੋ ਸਮਝਾਏ, ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਨਾਏ। ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲੱਗਾ ਉਸ ਵਿਸ਼ੇ ਤੇ ਫਿਰ ਆਉਣ ਲੱਗਾ। ਭਾਈ ਸਾਹਿਬ ਲਿਖਦੇ ਆ ਕਿ ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ, ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸ਼ਦਾ, ਆਨੰਦ ਸ਼ਬਦ ਉੱਠੇ ਤੁਨਕਾਰਾ, ਸੋ ਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਮੈਂ ਇਸ ਵਾਰੇ ਤਕਰੀਬਨ ਇਸ ਪੁਰਬ ਤੇ ਹਰ ਥਾਂ ਤੇ ਇੱਕੋ ਗੱਲ ਤੇ ਜ਼ੋਰ ਦਿੱਤਾ ਹੈ ਕਿ ਜਪਜੀ ਸਾਹਿਬ, ਜਪ ਨਿਸ਼ਾਨ, ਜਿੰਨਾ ਵੱਧ ਤੋਂ ਵੱਧ ਆਪਾਂ ਪਾਠ ਕਰ ਸਕੀਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਬਖਸ਼ਿਸ਼ ਕੀਤੀ, ਆਪ ਆਪਣੀ ਰਸਨਾ ਤੋਂ ਜਪ ਉਚਾਰਦੇ ਆ। ਜਿਹੜੀ ਮੈਂ ਗੱਲ ਨਾਲ ਸਮਾਪਤੀ ਕਰ ਲੱਗਾ, ਦੇਖੋ ਕਰਤਾਰਪੁਰ, ਮੈਂ ਇੱਕ ਦੋ ਸਿਰਫ ਆਪ ਨੂੰ ਘਟਨਾਵਾਂ ਕਹਿ ਕੇ, ਵਿਸਾਦਾਨ ਤੇ ਭਰੋਸਾ ਦਾਨ ਬੜਾ ਵੱਡਾ ਭਰੋਸਾ ਹੈ। ਭਰੋਸੇ ਤੇ ਆ ਕੇ ਪੁੱਤਰ ਵੀ ਤਿਲਕਦੇ ਦੇਖੇ, ਪਰ ਬਾਬੇ ਲਹਿਣੇ ਦਾ ਭਰੋਸਾ ਨਹੀਂ ਜੇ ਤਿਲਕ ਸਕਿਆ। ਉਹਨਾਂ ਤੇ ਭਰੋਸੇ ਦੀ ਕਮਾਈ ਕੀਤੀ, ਬਸ ਹੁਕਮ ਮੰਨਣ ਦੀ। ਗੁਰੂ ਅਮਰਦਾਸ ਨੇ ਗਾਗਰ ਢੋਈ, ਬਾਬਾ ਲਹਿਣਾ ਸਾਹਿਬ ਜੀ ਨੂੰ ਅੱਧੀ ਰਾਤ ਆਵਾਜ਼ ਪੈਂਦੀ ਏ, ਪੁਰਖਾ ਰਾਵੀ ਤੋਂ ਮੇਰੇ ਕੱਪੜੇ ਧੋ ਲਿਆ। ਇਹ ਨਹੀਂ ਕਿਹਾ ਮੈਂ ਦਿਨ ਚੜ ਲੈਂਦੇ ਹੋ। ਆਵਾਜ਼ ਪੈਂਦੀ ਏ, ਧਰਮਸ਼ਾਲਾ ਚ ਚੂਹੀ ਮਰ ਗਈ, ਮੈਂ ਹੁਣੇ ਚੁੱਕ ਕੇ ਬਾਹਰ ਸੱਟ ਆਉਣਾ। ਆਵਾਜ਼ ਪੈਂਦੀ ਏ ਪੰਡ ਨਦੀਨ ਦੀ 7 ਬਚਨ। ਆਵਾਜ਼ ਆਉਂਦੀ ਏ ਕਟੋਰਾ ਚਿੱਕੜ ਚ ਡਿੱਗਾ ਕੱਢ ਦੇ, 7 ਬਚਨ। ਧਰਮਸ਼ਾਲਾ ਦੀ ਕੰਧ ਡਿੱਗ ਪਈ ਏ, ਹੁਣੇ ਬਣਾ, ਰਾਤ ਦੇ ਹਨੇਰੇ ਚ 7 ਬਚਨ। ਰੁੱਖ ਨੂੰ ਮਠਿਆਈ ਡਿੱਗੇਗੀ, ਝੂਣਾ ਮਾਰ, 7 ਬਚਨ। ਮੇਰੇ ਸੁਰਤ ਚ ਇੱਕੋ ਗੱਲ ਘੁੰਮੀ, ਗੁਰਸਿੱਖੋ ਕਰਤਾਰਪੁਰ ਜੇ ਕਿਸੇ ਨੇ ਬਲਾਈਂਡ ਫੇਥ ਰੱਖ ਕੇ ਭਰੋਸੇ ਨਾਲ ਕਾਰ ਕਮਾਈ ਤਾਂ ਬਾਬਾ ਲਹਿਣਾ ਸਾਹਿਬ ਨੇ ਕਮਾਈ ਹੈ। ਉਹਨੇ ਜੋ ਗੁਰੂ ਕਿਹਾ 7 ਬਚਨ, ਜੋ ਵੀ ਕਿਹਾ ਉਹਨਾਂ 7 ਬਚਨ ਕਰਕੇ ਮੰਨਿਆ। ਉਹਨਾਂ ਨੇ ਗੁਰੂ ਦੇ ਕੀਤੇ ਤੇ ਰੰਚਕ ਮਾਤਰ ਵੀ, ਥੋੜਾ ਜਿੰਨਾ ਵੀ ਕੋਈ ਉਹਨਾਂ ਨੇ ਤਰਕ ਨਹੀਂ ਕੀਤਾ। ਅਖੀਰ ਤੇ ਭਰੋਸੇ ਦੀ ਹੱਦ ਹੈ। ਸੋਟੇ ਵੀ ਮਾਰੇ, ਚਲਾ ਜਾ ਪਿਛਾਂ। ਤੇ ਮਹਾਰਾਜ ਸਤਿਗੁਰੂ ਕਹਿੰਦੇ ਨੇ ਸਭ ਆਪਣੇ ਘਰ ਨੂੰ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ? ਤੇ ਉਸ ਵਕਤ ਬਾਬਾ ਲਹਿਣਾ ਜੀ, ਭਾਈ ਲਹਿਣਾ ਸਾਹਿਬ ਚਰਨਾਂ ਤੇ ਡਿੱਗ ਕੇ ਕਹਿੰਦੇ ਆ, ਸਤਿਗੁਰੂ ਸੱਚੀ ਮੁੱਚੀ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਮੇਰਾ ਘਰ ਹੀ ਤੂੰ ਹੈ, ਤੈਨੂੰ ਛੱਡ ਕੇ ਕਿੱਥੇ ਜਾਵਾਂ? ਮੇਰਾ ਘਰ ਬੜਾ ਵੱਡਾ ਭਰੋਸਾ ਹੈ। ਕਹਿਣ ਲੱਗੇ ਜੇ ਇਹ ਗੱਲ ਤੇ ਖਾ ਮੁਰਦਾ, ਇਹਨੂੰ ਖੰਡਨ ਨਾ ਕਰੀਏ, ਖਾ ਮੁਰਦਾ। ਉਹਨੇ ਪ੍ਰਕਰਮਾ ਕੀਤੀ। ਕਹਿਣ ਲੱਗੇ ਖਾਂਦਾ ਕਿਉਂ ਨਹੀਂ? ਕਹਿੰਦੇ ਹੁਕਮ ਕਰੋ ਸਿਰ ਵਾਲੇ ਪਾਸਿਓਂ ਕਿ ਪੈਰਾਂ ਵਾਲੇ ਪਾਸਿਓਂ। ਹੁਕਮ ਮੰਨਣ ਵਾਲੇ ਵਾਸਤੇ ਮੁਰਦਾ ਨਹੀਂ ਰਹਿੰਦਾ, ਪ੍ਰਸ਼ਾਦ ਬਣ ਜਾਂਦਾ। ਉਹਨਾਂ 7 ਬਚਨ ਕੀਤਾ ਜੀ। ਉਹ ਸਾਰੀਆਂ ਘਟਨਾਵਾਂ ਨੇ। ਇੱਕ ਗੱਲ ਜਿਹੜੀ ਮੈਂ ਉੱਥੇ ਬੇਨਤੀ ਕਰਕੇ ਆਇਆ, ਉਹ ਮੈਂ ਆਪ ਸਭ ਨੂੰ ਕਰਨੀ ਹੈ। ਚਲੋ ਬਾਬਾ ਜੀ ਦੀਆਂ ਤਾਂ ਅਨੇਕਾਂ ਸਿੱਖਿਆਵਾਂ ਨੇ, ਇਹਦੇ ਨਾਲ ਸਮਾਪਤੀ ਹੈ। ਇੱਕ ਸਾਖੀ ਸਿਰਫ ਕਹਿ ਕੇ, ਗੁਰੂ ਸਾਹਿਬ ਦੇ ਕੋਲ ਬਹੁਤ ਸਿੱਖ ਆਏ। ਭਾਈ ਮੂਲੇ ਕਈ ਸਿੱਖ ਹੋਏ ਨੇ ਜੀ। ਮੂਲਾ ਕੀੜ ਵੀ ਹੋਇਆ, ਇਹ ਮੂਲਾ ਸਿਆਲਕੋਟ ਵਾਲਾ ਵੀ ਹੋਇਆ। ਗੁਰੂ ਨਾਨਕ ਸਾਹਿਬ ਦੇ ਵੇਲੇ ਬਾਬਾ ਜੀ ਦੇ ਸਹੁਰਾ ਸਾਹਿਬ ਵੀ ਬਾਬਾ ਮੂਲ ਚੰਦ, 6-7 ਸਿੱਖ ਹੋਏ ਨੇ ਜੀ ਗੁਰੂ ਅਰਜਨ ਦੇਵ ਤੱਕ ਭਾਈ ਮੂਲੇ। ਇੱਕ ਮੂਲਾ ਸੀ ਕੀੜ, ਉਹਦੇ ਬਾਰੇ ਭਾਈ ਸਾਹਿਬ ਨੇ ਲਿਖਿਆ, ਮੂਲਾ ਕੀੜ ਵਖਾਣੀ ਹੈ ਅਚਰਜ ਚਲਤ ਲੁਬਤ ਗੁਰਦਾਸੀ। ਪੂਰੀ ਇੱਕ ਤੁਕ ਦਿੱਤੀ ਹੈ ਭਾਈ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਉਹਦੇ ਸਿੱਖ ਲਈ ਕਿ ਕੀੜ ਗੋਤ ਦਾ ਸੀ ਤੇ ਇਹਦੇ ਜਿਹੜੇ ਕੌਤਕ ਸਨ ਦੁਨੀਆ ਤੋਂ ਬੜੇ ਵੱਖਰੇ ਸਨ।
ਅਚਰਜ ਚਲਤ, ਉਹਦੇ ਚਲਤ, ਉਹਦੇ ਕੌਤਕ ਕਹਿ ਲੋ, ਬੜੇ ਅਚਰਜ ਸਨ। ਤੇ ਅੱਗੇ ਉਹ ਕਹਿੰਦੇ ਲੁਪਤ ਗੁਰਦਾਸੀ, ਉਹ ਗੁਰੂ ਦਾ ਦਾਸ, ਗੁਰੂ ਦੇ ਚਰਨਾਂ ਦਾ ਦਾਸ, ਤੇ ਗੁਰਸਿੱਖਾਂ ਨੂੰ ਬੜੀ ਮੁਹੱਬਤ ਕਰਨ ਵਾਲਾ ਸੀ। ਜਦੋਂ ਇਹ ਪੌੜੀ ਤੁਕ ਪੜੀ ਮੇਰੇ ਮਨ ਚ ਆਇਆ, ਪਰ ਹਾਂ ਮੈਂ ਬੇਨਤੀ ਕਰਨੀ ਹੈ, ਉਹਨੇ ਬਹੁਤ ਕੁਝ ਸਾਨੂੰ ਸਿਖਾਇਆ। ਉਹ ਸਾਖੀ ਹੈ ਕਿ ਭਾਈ ਮੂਲਾ ਗੁਰੂ ਨਾਨਕ ਸਾਹਿਬ ਜੀ ਤੋਂ ਉਪਦੇਸ਼ ਮੰਗਦਾ ਹੈ। ਗੁਰੂ ਸਾਹਿਬ ਕਹਿੰਦੇ ਆ, ਇੱਕ ਬਾਣੀ ਪੜਿਆ ਕਰ, ਕੀਰਤਨ ਕਰਿਆ ਕਰ, ਤੇ ਗੁਰਸਿੱਖਾਂ ਦੀ ਸੇਵਾ ਭਾਵਨੀ ਨਾਲ ਕਰਨੀ ਹੈ, ਔਗਣ ਨਹੀਂ ਚਿਤਾਰਨਾ। ਆਹੀ ਗੱਲਾਂ ਕਹੀਆਂ, ਬਾਣੀ ਪੜ ਗਾ, ਸੇਵਾ ਕਰਨੀ ਹੈ, ਔਗਣ ਨਹੀਂ ਚਿਤਾਰਨਾ, ਤੂੰ ਮੁਕਤ ਹੋਵੇਂਗਾ। ਇਹ ਭਾਈ ਸਾਹਿਬ ਨੇ ਲਿਖਿਆ ਸਿੱਖ ਦਾ ਜੀਵਨ। ਭਾਈ ਮਨੀ ਸਿੰਘ ਦੀ ਸਿੱਖਾਂ ਦੀ ਭਗਤਮਾਲ ਚ ਭਾਈ ਗੁਰਦਾਸ ਸਾਹਿਬ ਦੀ ਤੁਕ, ਉਹ ਮੱਥਾ ਟੇਕ ਕੇ ਚਲਾ ਗਿਆ। ਅਚਰਜ ਚਲਤ ਕੀ ਹੋਇਆ, ਇੱਕ ਸੰਧਿਆ ਇਹਦੇ ਘਰ ਦੇ ਵਿੱਚ ਇੱਕ ਸਿੱਖ ਆ ਗਿਆ। ਸ਼ਾਮ ਪੈ ਰਹੀ ਸੀ, ਉਹਨੂੰ ਬਾਣੀ ਬੜੀ ਜ਼ਬਾਨੀ ਕੰਠ। ਉਹ ਜਦੋਂ ਆਇਆ, ਜਦੋਂ ਉਹਨੇ ਸ਼ਾਮ ਨੂੰ ਸ਼ਬਦ ਪੜ੍ਹੇ, ਭਾਈ ਮੂਲਾ ਗਦਗਦ ਹੋ ਗਿਆ। ਉਹਨੇ ਕਿਹਾ, ਗੁਰਸਿੱਖਾ, ਮੈਨੂੰ ਤੂੰ ਆ ਪ੍ਰਸ਼ਾਦ ਪਾਣੀ ਰਾਜ ਸਕੀ? ਉਹ ਕਹਿੰਦਾ, ਮੈਂ ਰਾਤ ਰਹਿਣਾ ਵੀ ਚਾਹਨਾ। ਉਹ ਕਹਿੰਦਾ, ਜੀ ਸਦਕੇ। ਉਹਨੇ ਪ੍ਰਸ਼ਾਦਾ ਛਕਾਇਆ, ਰਾਤ ਰੱਖਿਆ। ਦਰਅਸਲ ਉਹ ਬੰਦੇ ਨੇ ਜ਼ਬਾਨੀ ਸ਼ਬਦ ਕੀਤੇ ਸੰਚੇਤੇ, ਪਰ ਅੰਦਰੋਂ ਠੱਗ ਸੀ। ਮੈਂ ਇਸ ਕਰਕੇ ਤੁਕ ਵੀ ਕਹੀਏ, ਕਿਉਂਕਿ ਕਿਸੇ ਦੇ ਮਨ ਸ਼ੱਕ ਹੋਵੇ। ਮੂਲਾ ਕੀੜ ਵਖਾਣੀ ਹੈ, ਅਚਰਜ ਚਲਤ ਲੁਬਤ ਗੁਰਦਾਸੀ। ਭਾਈ ਮੂਲੇ ਨੇ ਪ੍ਰਸ਼ਾਦ ਪਾਣੀ ਛਕਾਇਆ, ਉਹ ਸ਼ਬਦ ਪੜ੍ਹਦਾ ਰਿਹਾ, ਚਾਰ ਚਫੇਰੇ ਵਹਿੰਦਾ ਰਿਹਾ। ਮੈਂ ਕਈ ਵਾਰੀ ਸੋਚਣਾ, ਜਿਹੜਾ ਬੰਦਾ ਠੱਗੀ ਕਿਸੇ ਨਾਲ ਨਹੀਂ ਨਾ ਮਾਰਦਾ, ਅਕਸਰ ਉਹ ਜ਼ਿਆਦਾ ਠੱਗਿਆ ਜਾਂਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਠੱਗੀ ਕਲਾਬਾਜੀ ਕੀ ਹੈ। ਅਸਲੀਅਤ ਹੈ ਨਾ ਜੀ, ਉਹ ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈ ਕੀ ਗੇਮ ਖੇਡ ਚੱਲਿਆ ਮੇਰੇ ਨਾਲ। ਹੁਣ ਉਹ ਭੋਲਾ ਭਾਲਾ ਸਿੱਖ ਸੇਵਾ ਕਰਨ ਵਾਲਾ, ਉਹ ਨਾਲੇ ਵੇਖੀ ਜਾਏ, ਨਾਲੇ ਸ਼ਬਦ ਪੜ੍ਹੇ। ਸ਼ਾਮ ਨੂੰ ਭਾਈ ਮੂਲੇ ਦੀ ਘਰ ਵਾਲੀ ਨੇ ਜਿਹੜੇ ਗਹਿਣੇ ਸਨ, ਉਹ ਸਾਰੇ ਉਤਾਰ ਕੇ ਭਾਂਡੇ 'ਚ ਡੱਬੇ 'ਚ ਪਾ ਕੇ ਰੱਖ ਦਿੱਤੇ। ਪ੍ਰਸ਼ਾਦਾ ਪਾਣੀ ਛਕਾਇਆ, ਸੌਂ ਗਿਆ। ਉਹਨੇ ਕੀ ਕੀਤਾ, ਉਸ ਠੱਗ ਨੇ ਵੇਖ ਲਿਆ, ਉਹਨੇ ਗਹਿਣੇ ਚੁੱਕ ਲਏ, ਗਹਿਣਿਆਂ ਵਾਲਾ ਡੱਬਾ ਚੁੱਕ ਲਿਆ, ਤੇ ਅੱਧੀ ਰਾਤ ਤੋਂ ਬਾਹਰ ਨਿਕਲਿਆ। ਸੀਤ ਸੀ, ਸਰਦੀ ਦੇ ਦਿਨ ਸਨ, ਰਾਤਾਂ ਸਰਦੀ ਦੀਆਂ। ਉਹ ਕੁੰਡੇ ਕੋਲ ਗਿਆ ਤੇ ਅੱਗੇ ਜੰਦਰਾ ਵੱਜਾ ਸੀ, ਕੁੰਜੀ ਨੇ। ਇੰਨੀ ਤੈਨੂੰ ਆਵਾਜ਼ ਸੁਣ ਕੇ ਭਾਈ ਮੂਲਾ ਉੱਠ ਪਿਆ। ਤੇ ਭਾਈ ਮੂਲਾ ਕਹਿੰਦਾ, ਗੁਰਸਿੱਖਾ, ਇਸ ਵੇਲੇ ਕਿੱਥੇ? ਉਹ ਕਹਿੰਦਾ, ਮੈਨੂੰ ਨਾ ਪੇਟ ਵਿੱਚ ਸੂਲ ਉੱਠਿਆ ਹੈ, ਮੈਂ ਹਾਜਤ ਲਈ ਜਾਣਾ ਚਾਹਨਾ। ਮਤਲਬ ਕਿਰਿਆ ਸੁਧ ਨਹੀਂ ਹੈ। ਭਾਈ ਮੂਲਾ ਕਹਿੰਦਾ ਹੈ ਵੀ ਜੇ ਸੂਲ ਉੱਠਿਆ ਹੈ, ਪੇਟ ਖਰਾਬ, ਅੱਜ ਦੀ ਸ਼ਬਦਾਵਲੀ ਵਰਤੀਏ, ਵੀ ਤੂੰ ਇੱਥੇ ਆਪਣੀ ਹਾਜਤ ਕਰ ਲੈ, ਕਿਰਿਆ ਸੋਧ ਲੈ। ਉਹ ਕਹਿੰਦਾ, ਘਰ 'ਚ? ਕਹਿੰਦਾ, ਮੈਂ ਆਪਣੇ ਹੱਥਾਂ ਨਾਲ ਬਾਹਰ ਸੱਟ ਆਵਾਂਗਾ, ਨਾਲੇ ਤੈਨੂੰ ਇਸ਼ਨਾਨ ਕਰਾ ਦੇਣਾ। ਉਸ ਬੰਦੇ ਦੀ ਭਾਵਨਾ ਦੇਖੋ। ਕਹਿੰਦਾ, ਨਹੀਂ ਨਹੀਂ, ਮੈਂ ਬਾਹਰ ਜਾਣਾ ਚਾਹਨਾ। ਭਾਈ ਮੂਲੇ ਨੇ ਕੁੰਜੀ ਲਿਆਂਦੀ। ਜਦੋਂ ਤਾਲਾ ਖੋਲਣ ਲੱਗੇ, ਉਸ ਬੰਦੇ ਦੇ ਕੋਲੋਂ ਡੱਬਾ ਥੱਲੇ ਡਿੱਗ ਪਿਆ, ਗਹਿਣੇ ਵਾਲਾ। ਭਾਈ ਸਾਹਿਬ ਨੇ ਦੇਖ ਲਿਆ ਵੀ ਇਹ ਆਇਆ ਤਾਂ ਇਸਤਰੀ ਸੀ। ਉਹਨੇ ਉਹ ਡੱਬਾ ਚੁੱਕ ਲਿਆ ਦੁਬਾਰਾ। ਭਾਈ ਸਾਹਿਬ ਕੁੰਡਾ ਲਾ ਕੇ ਆ ਗਏ, ਪਤਾ ਲਿਖਿਆ ਵੀ ਬਾਕੀ ਘਰ ਦੀ ਇਹਦੇ ਗਹਿਣੇ ਚਲੇ ਗਏ। ਸਵੇਰੇ ਦਿਨ ਚੜਿਆ, ਉੱਠੀ ਬੀਬੀ। ਮੈਂ ਤੁਹਾਨੂੰ ਤਾਂ ਬੇਨਤੀ ਕਰ ਲਗਾ, ਉੱਥੇ ਭਾਈ ਜੀ ਨੇ ਲਿਖਿਆ ਅਚਰਜ ਚਲਤ। ਉਹਦੀ ਸਾਖੀ ਸੁਣ ਕੇ ਲੋਕ ਕਹਿਣਗੇ ਮੂਰਖ ਸੀ, ਆਪਣਾ ਘਰ ਲੁਟਾ ਦਿੱਤਾ। ਕਹਿੰਦਾ ਉਹਦਾ ਕੌਤਕ ਅਚਰਜ ਹੈ। ਘਰ ਵਾਲੀ ਉੱਠੀ, ਉਹਨੇ ਕਿਹਾ ਮੇਰੇ ਗਹਿਣੇ ਵੇਖਿਆ। ਉਹ ਘਰ ਨੂੰ ਪੁੱਛਦੀ, ਗਹਿਣੇ? ਉਹ ਕਹਿੰਦਾ, ਅਸਲ 'ਚ ਭਾਗਵਾਨ ਨੇ ਰਾਤ ਚੋਰ ਆਇਆ, ਉਹ ਦੱਬੇ ਪੈਰੀ ਸਭ ਕੁਝ ਲੈ ਗਈ। ਉਹ ਕਹਿੰਦੀ, ਜਿਹੜਾ ਸਿੱਖ ਰਾਤ ਆਇਆ ਸੀ ਉਹ ਕਿੱਥੇ? ਉਹ ਕਹਿੰਦਾ, ਉਹ ਸ਼ਰਮ ਦਾ ਮਾਰਾ ਚਲਾ ਗਿਆ, ਕਿਤੇ ਮੇਰਾ ਨਾਂ ਨਾ ਲੱਗ ਜਾਏ। ਹੁਣ ਮੈਂ ਬੇਨਤੀ ਕਰਾਂ, ਏਦਾਂ ਬੰਦੇ ਦੀ ਜਰਾਂਦ, ਆਪਣੀ ਘਰ ਵਾਲੀ ਤੋਂ ਵੀ ਪਰਦਾ ਪਾ ਰਹੇ ਨੇ, ਤੇ ਬੰਦਾ ਹਰ ਗੱਲ ਸਾਂਝੀ ਕਰਦਾ ਹੈ। ਉਹਨੇ ਕਿਹਾ, ਉਹ ਸ਼ਰਮ ਦਾ ਮਾਰਾ ਚਲਾ ਗਿਆ ਕਿ ਮਤਾਂ ਕੋਈ ਮੇਰਾ ਨਾਂ ਲੈ ਦੇ, ਸਿੱਖੀ ਨਾ ਬਦਨਾਮ ਹੋ ਜਾਏ। ਹੁੰਦਾ ਬਾਕੀ ਕਹਿੰਦਾ, ਗਹਿਣਿਆਂ ਦੀ ਕੀ ਗੱਲ, ਆਪਾਂ ਹੋਰ ਬਣਵਾ ਲਾਂਗੇ। ਇਹ ਫਿਰ ਕਰਤਾਰਪੁਰ ਆਇਆ ਬਾਬਾ ਜੀ ਕੋਲ। ਜਦੋਂ ਭਾਈ ਮੂਲਾ ਆਇਆ, ਧਰਮਸ਼ਾਲਾ ਵਿੱਚ ਪਹੁੰਚਿਆ, ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਉੱਠ ਕੇ
ਉਹਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ। ਸਾਰੇ ਲੋਕ ਹੈਰਾਨ ਸਨ ਵੀ ਬਾਕੀ ਸੰਗਤ ਆਈ, ਗਲਵਕੜੀ ਚ ਲਿਆ। ਤੇ ਨਾਲ ਜਿਹੜੇ ਸ਼ਬਦ ਕਹੇ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖੇ ਨੇ, ਮਹਾਰਾਜ ਕਹਿੰਦੇ ਸ਼ਿਰਮੁਖ ਬਾਹ ਕਹਿਓ ਸੁਨ ਮੂਲਾ, ਰਿਦਾ ਤੋਰ ਸਿੱਖੀ ਅਨੁਕੂਲਾ। ਤੇਰਾ ਹਿਰਦਾ ਸਿੱਖੀ ਵਾਲਾ ਹੈ, ਤੂੰ ਸਿੱਖ ਹੈ। ਸ਼ਿਰਮੁਖ ਬਾਹ ਕਹਿਓ ਸੁਨ ਮੂਲਾ, ਰਿਦਾ ਤੋਰ ਸਿੱਖੀ ਅਨੁਕੂਲਾ। ਮਮ ਪਰਦਾ ਤੁਮ ਢਾਕਿਓ ਬਣਾਈ, ਤੇਰਾ ਢਕ ਹੈ ਗੁਰੂ ਸਦਾਈ। ਫਿਰ ਸੁਣੋ, ਮਮ ਪਰਦਾ ਤੁਮ ਢਾਕਿਓ ਬਣਾਈ, ਤੂੰ ਮੇਰੇ ਤੇ ਪਰਦੇ ਪਾ ਕੇ ਢੱਕ ਦਿੱਤਾ। ਤੇਰੇ ਨਾਲ ਵਾਅਦਾ ਕਰਨਾ ਗੁਰੂ ਤੇਰਾ ਇੱਥੇ ਵੀ ਪਰਦਾ ਢਕੇਗਾ, ਉੱਥੇ ਵੀ ਢਕੇਗਾ। ਸੰਗਤ ਪੁੱਛਦੀ ਮਹਾਰਾਜ ਇਹ ਕੀ? ਭਾਈ ਮੂਲੇ ਦੀਆਂ ਅੱਖਾਂ 'ਚ ਪਾਣੀ ਆ ਗਿਆ। ਮਹਾਰਾਜ ਕਹਿੰਦੇ ਦੱਸ। ਹਜ਼ੂਰ ਕਹਿੰਦੇ ਨੇ ਇਹ ਉਹ ਸਿੱਖ ਹੈ ਜਿਨੇ ਬਾਣੀ ਪੜਨ ਵਾਲਾ ਜਿਹਦੇ ਕੋਲ ਆਇਆ ਪਰ ਅੰਦਰੋਂ ਕਪਟੀ ਸੀ, ਇਹਨੇ ਪਰਦਾ ਉਹਦਾ ਵੀ ਢੱਕ ਦਿੱਤਾ। ਨਾਲ ਕਿਹਾ ਕਿਉਂ ਢੱਕਿਆ? ਭਾਈ ਮੂਲਾ ਕਹਿੰਦਾ ਦਾਤਾ ਠੱਗ ਤਾਂ ਇੱਕ ਦਾ ਹੁੰਦਾ ਹੈ, ਤੇ ਜੇ ਉਹਦਾ ਨਸ਼ਰ ਕਰਦਾ ਤੇ ਲੋਕਾਂ ਨੇ ਸੱਚਿਆਂ ਨੂੰ ਵੀ ਘਰ ਵਿੱਚ ਨਹੀਂ ਸੀ ਵੜਨ ਦੇਣਾ। ਉਹਦੀ ਮੈਂ ਬਾਣੀ ਦੇਖੀ ਹੈ, ਉਹਨੇ ਸਿੱਖ ਸ਼ਬਦ ਵਰਤਿਆ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਜੇ ਚੰਗਾ ਲੱਗੇ ਗੁਰਮੁਖੋ ਪਰਦੇ ਪਾਉਣ ਦੀ ਜਾਚ ਸਿੱਖੀਏ। ਪਰਦੇ ਉਧੇੜ ਤਾਂ ਹਰ ਕੋਈ ਸਕਦਾ ਹੈ, ਪਰ ਪਾ ਉਹ ਸਕਦਾ ਹੈ ਜਿਹਦੇ ਸੀਨੇ ਵਿੱਚ ਰੱਬ ਨੇ ਬਖਸ਼ ਦਿੱਤੀ ਹੈ। ਪਰਦਾ ਢਕਣਾ ਯਾਦ ਰੱਖੋ, ਜਾਂ ਰੱਬ ਪਰਦੇ ਢਕਦਾ ਹੈ, ਜਾਂ ਗੁਰੂ ਪਰਦੇ ਢਕਦਾ ਹੈ, ਤੇ ਜਾਂ ਫਿਰ ਗੁਰਮੁਖ ਕਮਾਈ ਵਾਲਾ ਪਰਦੇ ਢਕਦਾ ਹੈ। ਬਾਕੀ ਤਾਂ ਲੋਕ ਨਸ਼ਰ ਕਰਦੇ ਆ, ਢਕਦੇ ਨਹੀਂ। ਗੁਰੂ ਨਾਨਕ ਸਾਹਿਬ ਦਾ ਆਪ ਜੀ ਪੁਰਬ ਮਨਾ ਰਹੇ ਹੋ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਮੈਂ ਸਮੁੱਚੇ ਪ੍ਰਬੰਧਕ ਵੀਰਾਂ ਦਾ, ਜਿਨ੍ਹਾਂ ਨੇ, ਪਰ ਮੈਨੂੰ ਵੈਸੇ ਪਤਾ ਨਹੀਂ ਸੀ ਵੀ ਭਾਸ਼ਾ ਉੱਤੇ ਬੋਲਿਆ ਜਾਣਾ। ਮੈਂ ਤਾਂ ਐਵੇਂ ਆਪਣੀਆਂ ਠੋਕ ਦਿੱਤੀਆਂ ਇੱਧਰ ਇੱਧਰ ਜੋ ਆਉਂਦੀਆਂ ਸਨ। ਤੇ ਤੁਹਾਡੇ ਕੋਲ ਪੜ੍ਹੇ ਲਿਖੇ ਵਿਦਵਾਨ ਗੁਰਮੁਖ ਪਿਆਰੇ ਆਏ ਆ, ਸਭ ਦਾ ਧੰਨਵਾਦ। ਪਰ ਮੈਂ ਇੱਕ ਬੇਨਤੀ ਕਰਾਂਗਾ ਵੀ ਪੱਕਾ ਨਿਯਮ ਬਣਾ ਲਓ ਵੀ ਆਪਾਂ ਪੰਜਾਬੀ ਬੋਲਣੀ ਹੀ ਬੋਲਣੀ ਹੈ। ਮੈਂ ਹੁਣ ਜਦੋਂ ਜਾਣਾ ਨਾ, ਮੈਂ ਫਿਜ਼ੀਓਥੈਰੇਪੀ ਕਰਾਉਣ ਜਾਣਾ ਡਾਕਟਰ ਸਾਹਿਬ, ਤੇ ਉਹ ਪਹਿਲਾਂ ਤਾਂ ਬੀਬੀਆਂ ਸਾਡੀਆਂ, ਮੈਨੂੰ ਪਤਾ ਵੀ ਆਪਣੇ ਸਾਰੇ ਮਿਲਦੇ ਆ, ਚਲੋ ਭਾਵੇਂ ਉਹ ਸੁਣਦੇ ਹੋਣ ਕਿਤੇ, ਪਹਿਲਾਂ ਤਾਂ ਬੋਲਣਗੀਆਂ ਹਿੰਦੀ। ਹੁਣ ਹਿੰਦੀ ਦੇ ਅੱਖਰ ਜਦੋਂ ਮੁੱਕ ਜਾਂਦੇ ਆ ਨਾ, ਫਿਰ ਅੰਗਰੇਜ਼ੀ ਵਿੱਚੋਂ ਛੱਡਦੀਆਂ ਥੋੜੀ ਥੋੜੀ। ਹੁਣ ਅੰਗਰੇਜ਼ੀ ਵੀ ਕਿੰਨੀ ਕੁ ਹੈ, ਖੱਬੇ ਸੱਜੇ ਮੂੰਹ ਟੇਢਾ ਮੇਢਾ ਕਰਕੇ 4 ਅੱਖਰ ਬਿਲੋ ਤੋਂ ਬਾਅਦ ਪੰਜਾਬੀ ਸ਼ੁਰੂ ਹੋ ਜਾਂਦੀਆਂ। ਤੇ ਮੈਂ ਕਹਿੰਦਾ ਜੀ ਪਹਿਲੀ ਮਾਂ ਬੋਲੀ ਬੋਲ ਲਓ। ਹੁਣ ਸਾਡੇ ਪਿੰਡੂ ਕੀ ਆਮ ਬੰਦੇ ਕਰਦੇ ਆ, ਬਈ ਹਿੰਦੀ 'ਚ ਗੱਲ ਕਰਨਗੇ, ਹਾਂ ਇਸ ਦੀ ਕਰਨਗੇ, ਤੇ ਗਾਲਾਂ ਪੰਜਾਬੀ 'ਚ ਹੋ ਕੇ ਕੱਢਣਗੇ। ਇਹ ਵੇਖੋ ਤੁਸੀਂ, ਇਹ ਬੰਦੇ, ਮੈਂ ਫਿਰ ਬੇਨਤੀ ਕਰਾਂਗਾ ਕਿ ਜਿੰਨੀ ਦੇਰ ਤੱਕ ਅਸੀਂ ਪੰਜਾਬੀ ਨਹੀਂ ਬੋਲਦੇ, ਅਸੀਂ ਪੰਜਾਬੀ ਗਾਲਾਂ ਵਾਸਤੇ ਨਹੀਂ ਬਣਾਈ, ਇਹ ਪੰਜਾਬੀ ਸੁਖਮਨੀ ਸਾਹਿਬ ਗਾਉਣ ਵਾਸਤੇ ਬਣਾਈ ਹੈ, ਇਹ ਆਸਾ ਦੀ ਵਾਰ ਗਾਉਣ ਵਾਸਤੇ ਬਣਾਈ ਹੈ, ਇਹ ਪਾਰ ਬ੍ਰਹਮ ਪਰਮੇਸ਼ਵਰ ਦੇ ਗੀਤ ਗਾਉਣ ਵਾਸਤੇ ਬਣਾਈ ਹੈ। ਮੈਂ ਤਾਂ ਕਿਹਾ ਵੀ ਜੋ ਸੱਜਣ ਕਹਿ ਰਿਹਾ ਪਿੱਛੇ ਵੀ ਵਾਹਿਗੁਰੂ, ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਪੰਜਾਬੀ ਮਾਂ ਬੋਲੀ ਦੇ ਨਾਂ ਥੱਲੇ ਜਿੰਨਾ ਕੁ ਗੰਦ ਪਰੋਸਿਆ ਜਾਂਦਾ ਹੈ, ਉਹ ਬਰਦਾਸ਼ਤ ਨਹੀਂ ਹੋ ਰਿਹਾ। ਤੁਸੀਂ ਸਾਡੇ ਨੌਜਵਾਨ ਬੱਚੇ ਕੀ ਕਰ ਰਹੇ ਆ ਜੀ, ਅੱਜ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਬੰਦੂਕ ਪਿਸਤੌਲ, ਕੀ ਪੰਜਾਬੀ ਕਲਚਰ ਵਿੱਚ ਬੰਦੇ ਕਤਲ ਕਰਨੀ ਹੈ? ਕੀ ਪੰਜਾਬੀ ਵਿੱਚ ਕੇਵਲ ਕਿਸੇ ਨਸ਼ੇ ਦਾ ਸੇਵਨ ਹੈ? ਮੈਂ ਬੇਨਤੀ ਕਰਾਂਗਾ ਕਿ ਇਹ ਗੁਰਮੁਖੀ ਲਿਪੀ, ਇੱਕ ਤਾਂ ਇੱਥੇ ਹੋਰ ਬੇਨਤੀ, ਜਦੋਂ ਵੀ ਤੁਸੀਂ ਵਿਆਹ ਦਾ ਕੋਈ ਫੰਕਸ਼ਨ, ਕੋਈ ਪ੍ਰੋਗਰਾਮ ਕਰੋ, ਪਲੀਜ਼ ਦੇਸੀ ਮਹੀਨਾ ਹਰ ਹਾਲਤ ਵਿੱਚ ਲਿਖਿਆ ਕਰੋ। ਚੇਤ ਲਿਖੋ, ਵਿਸਾਖ ਲਿਖੋ, ਪੋ ਲਿਖੋ, ਮੱਘਰ ਲਿਖੋ। ਅੱਜ ਸਾਡੇ ਬੰਦੇ ਬਿਲਕੁਲ ਦੇਸੀ ਮਹੀਨੇ ਨਹੀਂ ਜੇ ਲਿਖਦੇ। ਜਿਹੜੇ ਭਾਈ ਸਾਹਿਬ ਲਿਖਦੇ ਆ ਕਦੀ ਨਹੀਂ ਲਿਖਦੇ, ਈਵਨ ਕਿ ਇੱਥੋਂ, ਹਾਂਜੀ ਨਹੀਂ ਲਿਖਦੇ ਨਾ। ਜਿਹੜੇ ਲਿਖਦੇ ਆ ਉਹਨਾਂ ਨੂੰ ਨਮਸਕਾਰ। ਮੈਂ ਆਪਣੇ ਪਰਿਵਾਰ 'ਚ ਜਿੰਨੇ ਕੋਈ ਕਾਰਜ ਕੀਤੇ ਸੀ ਬਿਲਕੁਲ ਗੁਰਮੁਖੀ 'ਚ ਲਿਖਾਇਆ, ਉੱਤੇ ਤੁਕ ਨਹੀਂ ਲਿਖੀ, ਉੱਤੇ ਇੱਕੋ ਲਿਖਿਆ ਅਕਾਲ ਸਹਾਇ, ਉਸ ਤੋਂ ਬਾਅਦ ਗੁਰਮੁਖੀ 'ਚ ਲਿਖਿਆ। ਅੰਗਰੇਜ਼ੀ ਦੀ ਤਰੀਕ ਜ਼ਰੂਰ ਪਾਈ, ਪਰ ਦੇਸੀ ਮਹੀਨਾ ਹਰ ਹਾਲਤ ਵਿੱਚ ਲਿਖਿਆ। ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰਾਂਗਾ, ਪੰਜਾਬੀ ਜ਼ਰੂਰ ਬੋਲੋ, ਪਰ ਘੱਟੋ ਘੱਟ ਉਸ ਜ਼ਹਿਰ ਤੋਂ ਬਚੋ ਜਿਹੜਾ ਪੰਜਾਬੀ ਦੀ ਸ਼ਬਦਾਵਲੀ ਥੱਲੇ ਪਰੋਸਿਆ ਜਾ ਰਿਹਾ। ਮੇਰੀ ਬੇਨਤੀ ਸਮਝ ਗਿਆ ਨਾ ਜੀ? ਅੱਜ ਜਿਨ੍ਹਾਂ ਨੂੰ ਕਹਿੰਦੇ ਸੀ ਸੱਭਿਆਚਾਰ ਦੀ ਸੇਵਾ ਕਰ ਰਹੇ ਆ ਜੀ,
ਅਸੀਂ ਪੰਜਾਬ ਦੇ ਕਲਚਰ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬੋਲੀ ਕਹਿ ਰਹੀ ਹੈ, ਮੇਰੇ ਮੋਹਨ ਸਰਵਣੀਏ ਨਾ ਸੁਨਾਏ, ਸਾਕਤ ਨਾਦ ਗੀਤ ਤੁਨ ਗਾਵਤ, ਬੋਲਤ ਬੋਲ ਅਜਾਏ। ਮੇਰੇ ਕੰਨਾਂ ਚੋਂ ਗੰਦਾ ਬੋਲ ਨਾ ਪੈਣ ਦੀ ਜਿਹੜਾ ਵਾਸ਼ਨਾ ਨੂੰ ਪ੍ਰਫੁੱਲਤ ਕਰਦਾ ਹੋਵੇ। ਤੇ ਜਿਹੜੇ ਹੁਣ ਸਾਡੇ ਬੰਦੇ ਸੱਭਿਆਚਾਰ ਦੀ ਵੈਗਰੂ ਨਿੰਦਿਆ ਨਹੀਂ, ਕਿਉਂਕਿ ਜਦੋਂ ਤੁਸੀਂ ਢਿੱਡ ਖੋਲ ਕੇ ਬੋਲੋਗੇ, ਬੈਠੇ ਨੇ ਗੋਗੋਆਣੀ ਸਾਹਿਬ, ਤੁਸੀਂ ਦੇਖੋ ਆਪਣੇ ਨਿਆਣਿਆਂ ਨੂੰ ਅੰਗਰੇਜ਼ੀ ਸਕੂਲਾਂ 'ਚ ਪਾਉਂਦੇ ਹੋ, ਜ਼ਰੂਰਤ ਕੋਈ ਨਹੀਂ ਕਹਿਣ ਦੀ, ਉੱਥੇ ਬੱਚਿਆਂ ਨੂੰ ਜੁਰਮਾਨਾ ਲੱਗਦਾ ਹੈ ਜੇ ਤੁਸੀਂ ਪੰਜਾਬੀ 'ਚ ਬੋਲੋਗੇ ਤਾਂ। ਲੱਗਦਾ ਹੈ ਨਾ ਜੀ। ਅਸੀਂ ਪੰਜਾਬ 'ਚ ਬੈਠੇ ਹਾਂ, ਮੈਂ ਕਹਿੰਦਾ ਵੈਨਕੂਵਰ ਜਾਓ, ਏਅਰਪੋਰਟ ਤੇ ਉਤਰੋਗੇ, ਪੰਜਾਬੀ ਦੇ ਉੱਤੇ ਲਿਖਿਆ ਹੁੰਦਾ ਜੀ ਆਇਆਂ ਨੂੰ। ਇਹ ਤਾਂ ਗੱਲ ਬੰਨੀ ਵੀ ਤੁਸੀਂ ਪੱਕਾ ਨਿਰਣਾ ਕਰ ਲਓ। ਆਪਾਂ ਆਪਣੇ ਬੱਚੇ, ਅਸੀਂ ਹੁਣ ਇਟਲੀ ਜਾਓ ਤੁਸੀਂ, ਆਪਾਂ ਗਏ ਯੂਰਪ, ਇਟਾਲੀਅਨ, ਫਰਾਂਸ ਜਾਓ ਫ੍ਰੈਂਚ, ਸਪੇਨ ਸਪੇਨਿਸ਼, ਉਹਨਾਂ ਲੋਕਾਂ ਦਾ ਧਰਮ ਇੱਕੋ ਹੈ, ਪਰ ਉਹ ਆਪਣੀ ਮਾਂ ਬੋਲੀ ਕੋਈ ਨਹੀਂ ਛੱਡਦੇ। ਇਟਲੀ ਤੁਸੀਂ ਏਅਰਪੋਰਟ ਤੇ ਅੰਗਰੇਜ਼ੀ ਬੋਲੋ, ਅੰਜ ਮੂੰਹ ਕਰ ਲੈਂਦੇ ਆ। ਮੈਂ ਫਿਰ ਬੇਨਤੀ ਕਰਾਂਗਾ ਕਿ ਆਪਣੀ ਮਾਂ ਬੋਲੀ ਜਿਹੜੀ ਹੈ ਪੰਜਾਬੀ ਨੂੰ, ਤੇ ਖਾਸ ਕਰਕੇ ਗੁਰਮੁਖੀ ਲਿਪੀ ਜਿਹੜੀ ਹੈ, ਇਹਨੂੰ ਜ਼ਰੂਰ ਆਪਾਂ ਭਾਵੇਂ ਇਸ ਉਮਰ 'ਚ ਹੋ ਵੀ ਗਏ ਆ, ਪਰ ਫਿਰ ਵੀ ਆਪਾਂ ਕਾਗਜ਼ ਉੱਤੇ ਨਾ ਹਫ਼ਤੇ 'ਚ ਇੱਕ ਵਾਰੀ 35 ਜ਼ਰੂਰ ਲਿਖ ਲਿਆ ਕਰੀਏ, ਨਹੀਂ ਤੇ ਬੰਦੇ ਭੁੱਲ ਜਾਂਦੇ ਜੇ ਸੱਚੀ ਨੂੰ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰੇ, ਸਾਨੂੰ ਸਭ ਨੂੰ ਸਮੱਤ ਬਖਸ਼ੇ। ਮੇਰੇ ਤੋਂ ਬੋਲਦਿਆਂ ਲਫ਼ਜ਼ ਤਲਫ਼ਜ਼ ਕੋਈ ਸ਼ਬਦ ਕਿਸੇ ਨੂੰ ਭਾਇਆ ਨਾ ਹੋਵੇ ਤੇ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।